ਜੇ ਅਕਾਲੀ ਲੀਡਰਸ਼ਿਪ ਕੋਲੋਂ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਕੋਲੋਂ ਗ੍ਰੀਨ ਸਿਗਨਲ ਸੈਂਟਰ ਗਵਰਨਮੈਂਟ ਨੂੰ ਨਾ ਮਿਲਦਾ ਉਹ ਕਦੇ ਅਟੈਕ ਨਹੀਂ ਸੀ ਕਰ ਸਕਦੀ। ਇੱਕ ਲੀਡਰਸ਼ਿਪ ਨੂੰ ਤਾਂ ਫੌਜੀ ਜਰਨੈਲ ਜਾ ਕੇ ਅੰਦਰੋਂ ਬਾਹਾਂ ਤੋਂ ਫੜ ਕੇ ਲੈ ਆਏ ਬਾਹਰ ਜੀ। ਇੱਕ ਲੀਡਰਸ਼ਿਪ ਲੜ ਰਹੀ ਹੈ ਜਿਹੜੀ ਫੌਜ ਦੇ ਵਿੱਚ ਅਸੀਂ ਹਾਂ, ਸਾਡੀ ਇਸੇ ਫੌਜ ਨੇ ਸਾਡੇ ਘਰ ਨੂੰ ਘੇਰਾ ਪਾਇਆ ਹੋਇਆ, ਅਸੀਂ ਆਪਣੇ ਘਰ ਨੂੰ ਲਿਬਰੇਟ ਕਰਾਉਣਾ, ਘਰ ਜਾ ਕੇ ਆਜ਼ਾਦ ਕਰਾਉਣਾ। ਉਹ ਉੱਥੇ ਹੀ ਤੁਰ ਪਏ, ਹੁਣ ਪੂਨੇ ਤੋਂ ਤੁਰ ਪਏ ਟਰੱਕਾਂ ਤੇ। ਬਿਆਸ ਦੇ ਪੁਲ ਤੇ ਹਜ਼ਾਰਾਂ ਨੌਜਵਾਨ ਇਕੱਠੇ ਹੋ ਗਏ ਸੀ। ਮੈਨੂੰ ਪਤਾ ਲੱਗਾ ਵੀ ਇੱਕ ਸੱਜਣ ਨੇ ਦੱਸਿਆ ਵੀ ਇੱਕ ਵਾਰੀ ਬਾਬਾ ਜੀ ਨੇ ਬੈਠਕਾਂ ਵੀ ਕਢਾਈਆਂ ਸੀ। ਨਹੀਂ, ਬੈਠਕਾਂ ਕਢਾਈਆਂ ਤੁਸੀਂ ਪਾਠ ਕਰਦੇ ਹੋ? ਨਹੀਂ, ਬੈਠਕਾਂ ਕਢਾਈਆਂ ਨਹੀਂ ਸੀ। ਹਾਂ, ਕਿ ਸੰਤ ਜੀ ਜਿਉਂਦੇ ਨੇ, ਸਹੀ ਸਲਾਮਤ ਨੇ, ਦੁਸ਼ਮਣ ਦੇ ਹੌਲ ਪੈਂਦਾ ਸੀ। ਸੋ ਸੰਤ ਜਰਨੈਲ ਸਿੰਘ ਨੂੰ ਜਿਉਂਦਾ ਜਾਗਦਾ ਕਹਿਣਾ ਉਹਨਾਂ ਲੋਕਾਂ ਦੇ ਹੌਲ ਪਾਉਣ ਲਈ ਸੀ। ਇਸ ਲੀਡਰਸ਼ਿਪ ਨੂੰ ਤੋਂ ਖਹਿੜਾ ਛਡਾਉਣ ਲਈ ਮੱਖੂ ਸਾਹਿਬ, ਮੈਂ ਤੁਹਾਨੂੰ ਦੱਸਦਾ, ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੋਰ ਲੋੜ ਪਏਗੀ। ਤੁਸੀਂ ਕੌਮ ਦੀ ਤਾਕਤ ਹੀ ਵਰਤਣੀ ਪਊਗੀ ਤੁਹਾਨੂੰ ਇਹਨਾਂ ਨੂੰ ਕੱਢਣ ਲਈ। ਇੱਕ ਵਾਰ ਤਾਂ ਰੈਵੋਲੂਸ਼ਨ ਲਿਆਉਣਾ ਪਊਗਾ, ਇਨਕਲਾਬ ਤਾਂ ਲਿਆਉਣਾ ਪਊਗਾ। ਇਨਕਲਾਬ 'ਚ ਨਫਾ ਨੁਕਸਾਨ ਤਾਂ ਫੋਰ ਐਗਜ਼ਾਮਪਲ ਕੁੱਟ ਕੇ ਕੱਢਣੇ ਪੈਣਗੇ, ਕੁੱਟ ਕੇ ਹੀ ਕੱਢਣੇ ਪੈਣਗੇ। ਸੰਤ ਜਰਨੈਲ ਸਿੰਘ ਵੇਲੇ ਵੀ ਭਾਜੜਾ ਪੈ ਗਈਆਂ ਸੀ। ਮੈਂ ਕਹਿਣਾ ਕਿ ਸੰਤ ਜਰਨੈਲ ਸਿੰਘ ਇੱਕ ਹੋਰ ਆਏਗਾ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਵੱਲੋਂ ਤਹਿ ਦਿਲੋਂ ਸਵਾਗਤ ਹੈ। ਦੋਸਤੋ, ਜਿਵੇਂ ਤੁਹਾਨੂੰ ਪਤਾ ਕਿ ਤੁਹਾਡੀ ਸੇਵਾ ਦੇ ਵਿੱਚ ਬੜੀ ਛੇਤੀ ਹਾਜ਼ਰ ਹੋ ਜਾਣਾ ਵਾ। ਮੁੱਦੇ ਅਨੇਕ ਹੁੰਦੇ ਨੇ, ਕੋਸ਼ਿਸ਼ ਕਰਦਾ ਹੁੰਨਾ ਵੀ ਸਮੇਂ ਦੇ ਦਾਇਰੇ ਵਿੱਚ ਬੰਨ੍ਹ ਕੇ ਉਹਨਾਂ ਮੁੱਦਿਆਂ ਨੂੰ ਤੁਹਾਡੇ ਅੱਗੇ ਰੱਖਦੇ ਹਾਂ। ਪਰ ਕਈ ਵਾਰ ਵਿਚਾਰ ਚਰਚਾ ਇੰਨੀ ਲੰਬੀ ਹੋ ਜਾਂਦੀ ਹੈ ਵੀ ਸਾਨੂੰ ਉਹ ਜਿਹੜੀ ਲਾਈਨ ਹੁੰਦੀ ਹੈ ਸਮੇਂ ਦੀ, ਕਈ ਵਾਰੀ ਉਹ ਟੱਪਣੀ ਪੈ ਜਾਂਦੀ ਹੈ। ਸੋ ਮੇਰੇ ਨਾਲ ਅੱਜ ਫਿਰ ਸਟੂਡੀਓ ਦੇ ਵਿੱਚ ਨੇ ਪ੍ਰੋਫੈਸਰ ਸੁਖਦਿਆਲ ਸਿੰਘ। ਲੰਮਾ ਸਮਾਂ ਪੜ੍ਹਾਇਆ ਹੈ, ਲੰਮਾ ਸਮਾਂ ਖੋਜਾਂ ਵੀ ਕੀਤੀਆਂ ਨੇ, ਕਈ ਕਿਤਾਬਾਂ ਲਿਖੀਆਂ ਨੇ। ਜਦੋਂ 84 ਦੀ ਗੱਲ ਕਰਦੇ ਆ ਤੇ ਇਹ ਕਹਿੰਦੇ ਕਿ ਮੈਂ ਬੜੀ ਨੇੜਿਓਂ ਹੋ ਕੇ ਵੇਖਿਆ ਉਹ ਇਹਨਾਂ ਦੇ ਕੋਲ ਜਾਣਨ ਦਾ ਯਤਨ ਕਰਦੇ ਆ। ਇਸ ਤੋਂ ਪਹਿਲਾਂ ਆਪਾਂ ਐਪੀਸੋਡ ਦੇ ਵਿੱਚ ਗੱਲ ਕੀਤੀ ਹੈ ਵੀ ਆਖਰਕਾਰ ਹਾਦਸਾ ਵਾਪਰਿਆ ਕਿਉਂ। ਇਹਨਾਂ ਨੇ ਸਾਰਾ ਜ਼ਿਕਰ ਕਰ ਦਿੱਤਾ ਵੀ ਜੇ ਲੀਡਰਸ਼ਿਪ ਸਿਆਣੀ ਸੁਹਿਰਦ ਤੁਹਾਡੇ ਹੱਕਾਂ ਦੀ ਖਾਤਰ ਹੁੰਦੀ ਤੇ ਐਸਾ ਬਹੁਤ ਹੱਦ ਤੱਕ ਟਾਲਿਆ ਜਾ ਸਕਦਾ ਸੀ। ਬਟ ਜੇ ਇਸ ਤੋਂ ਵੀ ਆਪਾਂ ਅੱਗੇ ਚੱਲੀਏ ਵੀ ਜਦੋਂ ਸਾਰਾ ਕੁਝ ਹੋ ਗਿਆ, ਘੇਰਾਬੰਦੀ ਹੋ ਗਈ, ਉਸ ਤੋਂ ਬਾਅਦ ਦਾ ਮਾਹੌਲ ਕਿਹੋ ਜਿਹਾ ਸੀ, ਅੰਦਰ ਦੇ ਕਿਹੋ ਜਿਹੇ ਹਾਲਾਤ ਸਨ, ਤੇ ਉਸ ਤੋਂ ਬਾਅਦ ਨਿਚੋੜ ਕੀ ਨਿਕਲਦਾ, ਇੱਕ ਵਿਸ਼ਲੇਸ਼ਣ ਰੂਪ ਦੇ ਵਿੱਚ ਆਪਾਂ ਦੇਖਣ ਦਾ ਯਤਨ ਕਰਦੇ ਹਾਂ। ਪ੍ਰੋਫੈਸਰ ਸੁਖਦਿਆਲ ਸਿੰਘ ਜੀ ਦਾ ਆਪਣੇ ਸਟੂਡੀਓ ਵਿੱਚ ਆਉਣ ਲਈ ਅਸੀਂ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਫਸਟ ਐਪੀਸੋਡ ਦੇ ਵਿੱਚ ਲੀਡਰਸ਼ਿਪ ਦੀ ਨਲਾਇਕੀ ਬਾਰੇ ਬੜਾ ਖੁੱਲ੍ਹ ਕੇ ਬੋਲੇ ਹੋ। ਬਿਲਕੁਲ, ਸ਼ਾਇਦ ਹੀ ਕੋਈ ਬੁਲਾਰਾ ਲੀਡਰਸ਼ਿਪ ਦੀ ਨਲਾਇਕੀ ਬਾਰੇ ਇੰਨਾ ਖੁੱਲ੍ਹ ਕੇ ਬੋਲਦਾ ਹੋਵੇ। ਪਰ ਆਪਾਂ ਨਲਾਇਕੀ ਦਾ ਖਮਿਆਜ਼ਾ ਜਦੋਂ ਭੁਗਤਣਾ ਪੈ ਗਿਆ, ਜਿਵੇਂ ਤੁਸੀਂ ਦੱਸਿਆ ਵੀ ਬੜਾ ਕੁਝ ਹੋ ਸਕਦਾ ਸੀ, ਅਨਾਉਂਸਮੈਂਟ ਹੋ ਸਕਦੀ ਸੀ, ਬੜੇ ਜਿਨ੍ਹਾਂ ਦਾ ਇਸ ਮੂਵਮੈਂਟ ਦੇ ਨਾਲ ਕੋਈ ਵਾਸਤਾ ਨਹੀਂ ਪਕੜ ਕੇ ਬਾਹਰ ਆ ਜਾਣ। ਜਦੋਂ ਲੀਡਰਸ਼ਿਪ ਸਿਆਣੀ ਹੋਵੇ ਨਾ, ਬੜੇ ਵੇ ਆਊਟ ਨਿਕਲੇ ਆਉਂਦੇ ਨੇ ਜੀ। ਮੈਂ ਗੱਲ ਇੱਥੋਂ ਸ਼ੁਰੂ ਕਰਦਾ ਆਪਣੇ ਦੂਜੇ ਐਪੀਸੋਡ ਦੀ ਜੀ। ਜੂਨ 1984 ਤੱਕ ਕੌਮ ਬਿਲਕੁਲ ਦੋ ਧੜਿਆਂ 'ਚ ਵੰਡੀ ਗਈ ਸੀ, ਬਿਲਕੁਲ ਦੋ ਧੜਿਆਂ 'ਚ। ਇੱਕ ਪਾਸੇ ਅਕਾਲੀ ਦਲ ਤੇ ਸੈਂਟਰ ਗੌਰਮੈਂਟ ਇਕੱਠੇ। ਅਕਾਲੀ ਦਲ, ਸੈਂਟਰ ਗੌਰਮੈਂਟ, ਇਹ ਲੋਕ ਓਪਨਲੀ ਇਕੱਠੇ ਨਹੀਂ ਹੁੰਦੇ ਪੋਲੀਟੀਸ਼ੀਅਨ। ਇਹੀ ਤਾਂ ਪੋਲੀਟਿਕਸ ਹੁੰਦੀ ਹੈ। ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰਦੇ ਨੇ। ਇਹ ਸਮਝਦੇ ਨੇ ਪਰਦੇ ਦੇ ਪਿੱਛੇ ਰਹਿ ਕੇ ਸਾਨੂੰ ਦੇਖਦਾ ਕੋਈ ਨਹੀਂ, ਲੇਕਿਨ ਕੌਮ ਨੂੰ ਪਤਾ ਲੱਗ ਜਾਂਦਾ ਹੈ ਕਿ ਪਰਦੇ ਦੇ ਪਿੱਛੇ ਰਹਿ ਕੇ ਕੌਣ ਕੰਮ ਕਰ ਰਿਹਾ, ਕੌਣ ਨਹੀਂ ਕੰਮ ਕਰ ਰਿਹਾ। ਗੱਲ ਫਾਈਨਲ ਰੂਪ 'ਚ ਮੈਂ ਇੰਨੀ ਕਹਿਣਾ ਸੰਖੇਪ ਰੂਪ ਦੇ ਵਿੱਚ ਕਿ ਇੱਕ ਪਾਸੇ ਅਕਾਲੀ ਲੀਡਰਸ਼ਿਪ, ਅਕਾਲੀ ਦਲ, ਠੀਕ ਹੈ ਨਾ, ਜਿਹਦਾ ਪ੍ਰਧਾਨ ਉਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ। ਪੂਰੀ ਦੀ ਪੂਰੀ ਸ਼੍ਰੋਮਣੀ ਕਮੇਟੀ, ਜਿਹਦਾ ਪ੍ਰਧਾਨ ਗੁਰਚਰਨ ਸਿੰਘ ਟੌੜਾ ਸੀ। ਸਾਰੇ ਦੀ ਸਾਰੀ ਅਕਾਲੀ ਲੀਡਰਸ਼ਿਪ, ਸੈਂਟਰ ਗੌਰਮੈਂਟ, ਪੰਜਾਬ ਸਰਕਾਰ, ਇਹ ਇੱਕ ਪਾਸੇ ਸਨ। ਜੇ ਅਕਾਲੀ ਲੀਡਰਸ਼ਿਪ ਕੋਲੋਂ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਕੋਲੋਂ ਗ੍ਰੀਨ ਸਿਗਨਲ ਸੈਂਟਰ ਗੌਰਮੈਂਟ ਨੂੰ ਨਾ ਮਿਲਦਾ ਉਹ ਕਦੇ ਅਟੈਕ ਨਹੀਂ ਸੀ ਕਰ ਸਕਦੀ। ਚਿੱਠੀਆਂ ਬਹੁਤ ਫੜੀਆਂ ਗਈਆਂ ਨੇ।
ਲੀਕ ਆਊਟ ਵੀ ਹੋ ਗਈਆਂ ਨੇ, ਬਹੁਤ ਹੋ ਗਈਆਂ। ਓਪਨ ਵੀ ਹੋ ਗਈਆਂ ਨੇ, ਲਿਖੀਆਂ ਹੋਈਆਂ ਸੈਂਟਰ ਗਵਰਨਮੈਂਟ ਨੂੰ। ਕੀ ਪਰਦੇ ਫਰੋਲੋਗੇ? ਪਰਦੇ ਤਾਂ ਪਹਿਲੇ ਓਪਨ ਹੋ ਚੁੱਕੇ ਨੇ, ਉਹ ਪਰਦੇ ਤਾਂ ਸਾਰੇ ਫਟ ਚੁੱਕੇ ਨੇ ਉਹ ਸਾਰੇ। ਹੁਣ ਤਾਂ ਲੋੜ ਇਹ ਹੈ ਕਿ ਸਾਰੀਆਂ ਫਾਈਲਾਂ ਜੇ ਕਢਵਾਈਆਂ ਜਾਣ, ਜਿਹੜਾ ਖਤੋ ਖਤਾਬਤ ਹੋਇਆ ਸੈਂਟਰ ਗਵਰਨਮੈਂਟ ਨਾਲ, ਅਕਾਲੀ ਲੀਡਰਸ਼ਿਪ ਦਾ ਵੀ, ਸਟੇਟ ਗਵਰਨਮੈਂਟ ਦਾ ਵੀ, ਉਹ ਖਤੋ ਖਤਾਬਤ ਪਬਲਿਕ ਦੇ ਸਾਹਮਣੇ ਉਹ ਨੰਗਾ ਕਰਨਾ ਚਾਹੀਦਾ ਹੈ। ਕਿਹਦਾ ਕਿਹੋ ਜੀ ਖਤੋ ਖਤਾਬਤ ਸੀ, ਕਿਹਦੀ ਕਿਹੋ ਜੀ ਚਿੱਠੀ ਸੀ, ਉਹ ਕਿਵੇਂ ਪਤਾ ਲੱਗੇਗਾ? ਉਹ ਜੇ ਸੈਂਟਰ ਗਵਰਨਮੈਂਟ ਕੱਢੇ ਉਹ ਫਾਈਲਾਂ, ਪਬਲਿਕ ਕਰੇ ਤੇ ਪਬਲਿਕ ਦੇ ਸਾਹਮਣੇ ਲਿਆਵੇ, ਫਿਰ ਪਤਾ ਲੱਗੂਗਾ। ਅਦਰਵਾਈਜ਼ ਨਹੀਂ। ਫਿਰ ਪਤਾ ਲੱਗੇਗਾ ਕਿ ਕੌਣ ਕਿੱਥੇ ਖੜਾ ਹੈ, ਹਮਾਮ ਦੇ ਵਿੱਚ ਕੌਣ ਨੰਗਾ ਹੈ, ਕੌਣ ਕੱਪੜੇ ਪਾਏ ਹੋਏ ਖੜਾ ਹੈ ਉੱਤੇ। ਇਹ ਤੁਹਾਨੂੰ ਸਾਰੇ ਹੀ ਨੰਗੇ ਪਰ ਜਿਹੜੀ ਚਿੱਠੀਆਂ ਲੀਕ ਹੋਈਆਂ ਨੇ ਉਹਦੇ ਵਿੱਚ ਕਾਫੀ ਖੁਲਾਸੇ ਤੇ ਹੋ ਗਏ ਆ। ਹੋ ਗਏ ਨੇ ਖੁਲਾਸੇ ਹੋ ਗਏ ਨੇ, ਉਹਨਾਂ ਮਤਲਬ ਖੁਲਾਸੇ ਕਾਫੀ ਹੋ ਗਏ ਨੇ, ਪਰ ਅਜੇ ਖੁਲਾਸੇ ਹੋਣੇ ਰਹਿੰਦੇ ਨੇ। ਉਹ ਖੁਲਾਸੇ ਇਸ ਤਰੀਕੇ ਨਾਲ ਤਾਂ ਨਹੀਂ ਹੋਏ, ਹੋਰ ਤਰੀਕੇ ਨਾਲ ਹੋ ਗਏ। ਕਿਵੇਂ ਹੋ ਗਏ? ਆਪਰੇਸ਼ਨ ਬਲੂ ਸਟਾਰ ਚੱਲ ਰਿਹਾ, ਫੌਜ ਨੇ ਹਮਲਾ ਕਰ ਦਿੱਤਾ, ਗੋਲਾਬਾਰੀ ਹੋ ਰਹੀ ਹੈ, ਤੋਪਾਂ ਦੀ ਮਤਲਬ ਚਲਾਈ ਹੋ ਰਹੀ ਹੈ। ਇੱਕ ਲੀਡਰਸ਼ਿਪ ਨੂੰ ਤਾਂ ਫੌਜੀ ਜਰਨੈਲ ਜਾ ਕੇ ਅੰਦਰੋਂ ਬਾਹਾਂ ਤੋਂ ਫੜ ਕੇ ਲੈ ਆਏ ਬਾਹਰ। ਜੀ ਇੱਕ ਲੀਡਰਸ਼ਿਪ ਲੜ ਰਹੀ ਹੈ, ਇਹਦੇ ਵਿੱਚ ਖੁਲਾਸਾ ਹੋਣ ਵਾਲੀ ਕਿਹੜੀ ਕਸਰ ਦੱਸੋ ਮੈਨੂੰ? ਬਚਾਇਆ ਕਿਹਨਾਂ ਨੂੰ ਜਾਂਦਾ ਹੈ? ਬਚਾਇਆ ਕਿਹਨੂੰ ਬਚਾਇਆ ਜਾਂਦਾ, ਕਿਹਨੂੰ ਮਾਰਿਆ ਜਾਂਦਾ ਹੈ? ਕਲੀਅਰ ਹੋ ਗਿਆ। ਕਲੀਅਰ ਹੈ, ਉਹ ਪਹਿਲਾਂ ਹੀ ਕਲੀਅਰ ਸੀ ਵੈਸੇ ਤਾਂ। ਇਹ ਕਹਿੰਦੇ ਨੇ ਕਿ ਸਾਨੂੰ ਫੌਜ ਫੜ ਲਿਆਈ। ਉਹ ਫੌਜ ਤਾਂ ਸੰਤ ਜਰਨੈਲ ਸਿੰਘ ਨੂੰ ਵੀ ਫੜ ਕੇ ਲਿਆ ਸਕਦੀ ਸੀ, ਉਹਨੂੰ ਕਿਉਂ ਨਹੀਂ ਫੜ ਕੇ ਲਿਆ ਸਕੀ? ਤੁਹਾਨੂੰ ਕਿਵੇਂ ਜਾ ਕੇ ਫੜ ਲਿਆ ਅੰਦਰ ਕਮਰੇ 'ਚ ਬੈਠਿਆਂ ਨੂੰ? ਇਹ ਉਸ ਵੇਲੇ ਹਰਚੰਦ ਸਿੰਘ ਲੌਂਗੋਵਾਲ ਕਿੱਥੇ ਬੈਠੇ ਸਨ? ਅੰਦਰ ਜਿਹੜੇ ਦਫ਼ਤਰ ਇਹਨਾਂ ਦੇ, ਠੀਕ ਹੈ ਨਾ, ਗੁਰਚਰਨ ਸਿੰਘ ਟੌੜਾ ਵੀ ਉੱਥੇ ਸੀ, ਹੋਰ ਵੀ ਜਿਹੜੇ 2 ਨੰਬਰ ਦੇ 3 ਨੰਬਰ ਦੇ ਸਨ ਉਹ ਸਭ ਉੱਥੇ ਸਰ। ਉਹਨਾਂ ਨੂੰ ਫੌਜੀ ਜਰਨੈਲ ਆਪਣੀ ਕੈਮੋਫਲੈਜਿੰਗ ਕਰਕੇ, ਆਪਣੀ ਪ੍ਰੋਟੈਕਸ਼ਨ 'ਚ ਲੈ ਕੇ ਆਰਾਮ ਨਾਲ ਖਾੜਕੂਆਂ ਦੀਆਂ ਗੋਲੀਆਂ ਤੋਂ ਬਚਾਉਂਦੀ ਹੋਈ, ਫੌਜ ਦੀਆਂ ਗੋਲੀਆਂ ਤੋਂ ਨਹੀਂ, ਫੌਜ ਦੀਆਂ ਗੋਲੀਆਂ ਤੋਂ ਨਹੀਂ ਬਚਾਉਂਦੀ ਹੋਈ, ਖਾੜਕੂਆਂ ਦੀਆਂ ਗੋਲੀਆਂ ਤੋਂ ਬਚਾਉਂਦੀ ਹੋਈ ਬਾਹਰ ਲੈ ਆਈ, ਸੇਫ ਥਾਂ ਤੇ ਲੈ ਆਈ। ਮਤਲਬ ਅੰਦਰ ਸੇਫ ਨਹੀਂ ਸਨ ਉਹ। ਮਤਲਬ ਸੋਚਣ ਵਾਲੀਆਂ ਗੱਲਾਂ ਨੇ ਨਾ ਇਹ। ਕਿਹਦੇ ਕੋਲੋਂ ਬਚਾ ਕੇ ਲਿਆਈ ਆ ਉਹ? ਸਵਾਲ ਹੈ। ਜਿਹੜੀ ਅਕਾਲੀ ਲੀਡਰਸ਼ਿਪ ਨੂੰ ਫੌਜੀ ਜਰਨੈਲ ਅੰਦਰੋਂ ਉਠਾ ਕੇ ਆਪਣੀ ਪ੍ਰੋਟੈਕਸ਼ਨ 'ਚ ਲੈ ਕੇ ਬਾਹਰ ਆਏ ਨੇ, ਉਹ ਕਿਹਦੇ ਕੋਲੋਂ ਬਚਾ ਕੇ ਲੈ ਕੇ ਆਏ ਨੇ? ਉਹ ਖਾੜਕੂਆਂ ਦੀਆਂ ਗੋਲੀਆਂ ਕੋਲੋਂ ਬਚਾਏ ਨੇ, ਫੌਜੀਆਂ ਦੀਆਂ ਗੋਲੀਆਂ ਆਪ ਤੋਂ ਲੈ ਕੇ ਆ ਰਹੇ ਸੀ। ਆਪ ਤਾਂ ਲੈ ਕੇ ਆ ਰਹੇ ਸੀ। ਉਹ ਕਿਉਂ ਚਲਾਉਣਗੇ? ਉਦੋਂ ਇਹਨਾਂ ਦੇ ਲਿਆਉਂਦੇ ਕਈ ਬੰਦੇ ਹੋਰ ਬੰਦਿਆਂ ਨੂੰ ਭਾਲਦੇ ਕਿ ਇਹਨਾਂ ਨੂੰ ਵੀ ਨਾਲ ਲੈ ਚਲੀਏ, ਉਹ ਮਾਰੇ, ਉਹ ਖਾੜਕੂਆਂ ਨੇ ਮਾਰਤੇ ਉੱਥੇ। ਅੱਛਾ, ਉਹ ਖਾੜਕੂਆਂ ਨੇ ਮਾਰਤੇ। ਲੋਕਾਂ ਨੂੰ ਪਤਾ ਕੌਣ ਕੌਣ ਮਾਰਤਾ ਉੱਥੇ, ਠੀਕ ਹੈ ਨਾ, ਲੋਕਾਂ ਨੂੰ ਪਤਾ ਹੈ ਕੀ ਨਾਂ ਲੈਣ ਦੇ ਵਿੱਚ ਕੀ ਲੋੜ ਹੈ, ਕਿਉਂਕਿ ਮਤਲਬ ਮਗਰੋਂ ਫਿਰ ਕਿਉਂਕਿ ਗੱਲਾਂ ਤਾਂ ਇਹ ਆਊਟ ਹੋ ਚੁੱਕੀਆਂ। ਜੇ ਤਾਂ ਆਊਟ ਨਾ ਹੋਈਆਂ ਹੋਣ ਫਿਰ ਤਾਂ ਨਾਂ ਵੀ ਲਿਆ ਜਾ ਸਕਦਾ। ਬਹੁਤ ਦੇਰ ਹੋ ਗਈ, ਨਾਂ ਵੀ ਸਾਰਿਆਂ ਲੋਕਾਂ ਸਾਹਮਣੇ ਆ ਗਏ। ਉਹ ਖਾੜਕੂਆਂ ਨੇ ਮਾਰਤੇ ਆਉਂਦੇ। ਕਈਆਂ ਨੂੰ ਖਾੜਕੂ ਲੱਭ ਰਹੇ ਸੀ ਅੰਦਰ, ਵੀ ਇਹਨਾਂ ਨੂੰ ਪਹਿਲਾਂ ਠੋਕੀ ਹੈ। ਹਾਂ ਬਈ ਇਹ ਬਚ ਕੇ ਜਾ ਰਹੇ ਨੇ, ਇਹ ਬਚ ਕੇ ਜਾ ਰਹੇ ਨੇ, ਇਹਨਾਂ ਨੂੰ ਮਾਰ ਦਈਏ, ਬਾਹਰ ਨਿਕਲਣ ਤੋਂ ਪਹਿਲੇ ਮਾਰ ਦਈਏ। ਮੇਰਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਸੈਂਟਰ ਗਵਰਨਮੈਂਟ ਦੇ ਨਾਲ ਸੀ, ਉਹਨਾਂ ਵਾਸਤੇ ਹਦਾਇਤਾਂ ਸੀਆਂ ਸੈਂਟਰ ਗਵਰਨਮੈਂਟ ਦੀਆਂ ਕਿ ਇਹਨਾਂ ਨੂੰ ਬਚਾ ਕੇ ਅੰਦਰੋਂ ਕੱਢ ਲਓ, ਔਰ ਫੌਜੀ ਜਰਨੈਲ ਉਹਨਾਂ ਨੂੰ ਬਚਾ ਕੇ ਅੰਦਰੋਂ ਕੱਢ ਕੇ ਲੈ ਗਏ। ਸਿੱਖਾਂ ਨੂੰ ਵੀ ਪਤਾ ਸੀ। ਕਿਸੇ ਸਿੱਖ ਨੇ ਇਹ ਐਕਸੈਪਟ ਨਹੀਂ ਕੀਤਾ ਕਿ ਕਿਹੜੀ ਲੀਡਰਸ਼ਿਪ ਉੱਥੇ ਲੜਨ ਵਾਲੀ ਹੈ, ਕਿਹੜੀ ਲੀਡਰਸ਼ਿਪ ਬਚ ਕੇ ਆਉਣ ਵਾਲੀ ਹੈ। ਸਭ ਪਤਾ ਸੀ ਸਿੱਖ ਕੌਮ ਨੂੰ। ਇੱਕ ਨੂੰ ਤਾਂ ਮਾਰਨ ਲਈ ਘੇਰਾ ਪਾਇਆ ਹੋਇਆ, ਟੈਂਕ ਚੜਾਏ ਹੋਏ ਨੇ, ਤੋਪਾਂ ਚੜਾਈਆਂ ਹੋਈਆਂ ਨੇ। ਇੱਕ ਨੂੰ ਬਚਾਉਣ ਲਈ ਫੌਜੀ ਜਰਨੈਲ ਅੰਦਰ ਜਾ ਰਹੇ ਨੇ ਵੀ ਬਚਾ ਕੇ ਲੈ, ਉਹਨੂੰ ਬਚਾ ਕੇ ਸਹੀ ਸਲਾਮਤ। ਸਿੱਧੇ ਸ਼ਬਦਾਂ ਵਿੱਚ ਕਹਿ ਦਈਏ ਵੀ ਕੰਪਲੈਕਸ ਇੱਕੋ ਹੀ ਹੈ। ਕਿ ਕੰਪਲੈਕਸ ਇੱਕੋ ਹੀ ਹੈ। ਇੱਕ ਨੂੰ ਉਹੀ ਫੌਜ ਮਾਰਨ ਜਾ ਰਹੀ ਹੈ, ਇੱਕ ਨੂੰ ਉਹੀ ਫੌਜ ਸਿਕਿਉਰਿਟੀ ਦੇ ਕੇ, ਇੱਕ ਨੂੰ ਬਚਾ ਕੇ ਬਾਹਰ ਲੈ ਕੇ ਆ ਰਹੀ ਹੈ। ਉਹ ਸਰੈਂਡਰ, ਫਿਰ ਕਹਿੰਦੇ ਨੇ ਅਸੀਂ ਸਰੈਂਡਰ ਨਹੀਂ ਕੀਤਾ। ਸਰੈਂਡਰ ਕਹਿੰਦੇ ਕਿਹਨੂੰ ਨੇ? ਇਹਨਾਂ ਨੂੰ ਇਹ ਲਿਟਰਲੀ ਮੀਨਿੰਗ ਸਮਝਦੇ ਨੇ। ਸਰੈਂਡਰ ਕਰਨ ਦਾ ਮਤਲਬ ਹੁੰਦਾ ਆਤਮ ਸਮਰਪਣ। ਆਤਮ ਸਮਰਪਣ ਤੇ ਹੋ ਗਿਆ, ਤਾਂ ਹੀ ਤਾਂ ਨਾਲ ਆਏ ਨੇ। ਆਤਮ ਸਮਰਪਣ ਕੀ ਹੁੰਦਾ ਹੈ? ਤੁਸੀਂ ਫੌਜੀਆਂ ਨੂੰ ਕਹਿਤਾ ਸਾਨੂੰ ਬਚਾ ਕੇ ਲੈ ਜਾਓ, ਫੌਜੀ ਤੁਹਾਨੂੰ ਬੜੇ ਮਾਨ ਸਨਮਾਨ ਨਾਲ ਬਚਾ ਕੇ, ਹਾਂ ਤੁਹਾਨੂੰ ਮਾਨ ਸਨਮਾਨ ਨਾਲ ਲੈ ਕੇ ਆਏ ਨੇ।
ਉਹ ਤਾਂ ਆਤਮ ਸਮਰਪਣ ਕਰਨ ਵਾਲੇ ਨੂੰ ਮਾਨ ਸਨਮਾਨ ਨਾਲ ਲੈ ਕੇ ਆਉਣਗੇ। ਜੋ ਜਨਰਲ ਜਗਜੀਤ ਸਿੰਘ ਅਰੋੜਾ ਨੇ ਆਤਮ ਸਮਰਪਣ ਕਰਵਾਇਆ ਸੀ ਨਿਆਜੀ ਕੋਲੋਂ ਬੰਗਲਾਦੇਸ਼ ਦੇ ਵਿੱਚ, ਉਹ ਵੀ ਬੜੇ ਮਾਨ ਸਨਮਾਨ ਨਾਲ ਲੈ ਕੇ ਆਏ ਸੀ ਉਹਨੂੰ। ਬਾਕਾਇਦਾ ਇੱਕ ਟੇਬਲ ਤੇ ਬੈਠੇ ਸੀ, ਚਾਹ ਪਾਣੀ ਵੀ ਪੀਤੀ ਸੀ, ਮਗਰੋਂ ਰੋਟੀ ਪਾਣੀ ਵੀ ਖਾਧਾ ਸੀ, ਆਪ ਹੱਥ ਜੱਫੀਆਂ ਪਾ ਕੇ ਮਿਲੇ ਵੀ ਸਨ। ਉਹਨੂੰ ਮਹਿਸੂਸ ਨਹੀਂ ਸੀ ਹੋਣ ਦਿੱਤਾ ਕਿ ਇਹ ਆਪਦੀ ਇਨਫੀਰੀਅਰਿਟੀ ਕੰਪਲੈਕਸ ਨਾ ਕਰੇ। ਇਹ ਆਤਮ ਸਮਰਪਣ ਹੁੰਦਾ। ਤੁਸੀਂ ਆਰਾਮ ਨਾਲ ਬਿਨਾਂ ਕੋਈ ਮੁਕਾਬਲਾ ਕਰੇ ਆਪਣੇ ਦੁਸ਼ਮਣ ਨਾਲ ਰਲ ਕੇ ਆ ਗਏ। ਉਹਦਾ ਮੀਨਿੰਗ ਇਹ ਹੁੰਦਾ ਆਤਮ ਸਮਰਪਣ ਦਾ। ਇਹ ਮੀਨਿੰਗ ਨਹੀਂ ਹੁੰਦਾ ਕਿ ਵਾਕਈ ਹੱਥ ਖੜੇ ਕਰਨੇ ਨੇ। ਹੱਥ ਖੜੇ ਤਾਂ ਮੂਰਖ ਕਰਦਾ ਹੁੰਦਾ। ਸਿਆਣਾ ਬੰਦਾ ਪਹਿਲੀ ਕਹਿ ਦਿੰਦਾ ਮੈਨੂੰ ਬਚਾ ਲਓ। ਠੀਕ ਹੈ ਨਾ, ਇਹਨਾਂ ਨੇ ਪਹਿਲੀ ਕਹਿਤਾ ਕਿ ਸਾਨੂੰ ਬਚਾ ਲਓ। ਸੈਂਟਰ ਗਵਰਨਮੈਂਟ ਦੇ ਹਦਾਇਤਾਂ ਸਰ ਇਹਨਾਂ ਨੂੰ ਮਾਰਿਆ ਨਾ ਜਾਵੇ। ਓਕੇ। ਨੰਬਰ 2, ਪੂਰੀ ਤਰ੍ਹਾਂ ਖਾਲੀ ਕਰਕੇ ਦਰਬਾਰ ਸਾਹਿਬ ਕੰਪਲੈਕਸ ਨੂੰ ਫਿਰ ਤੁਸੀਂ ਦੇਖੋ ਦਰਬਾਰ ਸਾਹਿਬ ਦਾ ਪ੍ਰਬੰਧ ਸੰਭਾਲਿਆ ਕਿਹਨੂੰ? ਉਹੀ ਅਕਾਲੀ ਲੀਡਰਸ਼ਿਪ, ਉਹੀ ਸ਼੍ਰੋਮਣੀ ਕਮੇਟੀ। ਉਹੀ ਅਕਾਲੀ ਲੀਡਰਸ਼ਿਪ, ਉਹੀ ਸ਼੍ਰੋਮਣੀ ਕਮੇਟੀ। ਇਹਨਾਂ ਨੇ ਛੇਤੀ ਸਾਰੀ ਸਾਫ਼ ਸਫਾਈ ਕੀਤੀ। ਛੇਤੀ ਸਾਫ਼ ਸਫਾਈ ਕੀਤੀ। ਅਸੀਂ ਤਾਂ ਜੀ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਉਵੇਂ ਜਿਵੇਂ ਰੱਖਿਆ ਹੋਇਆ ਜਿਵੇਂ ਅੱਗ ਲੱਗੀ ਹੋਈ ਸੀ। ਕੱਲੇ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਰੱਖ ਲਓ ਉਵੇਂ ਜਿਵੇਂ ਸੰਭਾਲ ਕੇ। ਬਾਕੀ ਸਾਰਾ ਤੁਸੀਂ ਛੇਤੀ ਬਣਵਾਤਾ। ਅਕਾਲ ਤਖਤ ਵੀ ਛੇਤੀ ਬਣਵਾਤਾ। ਠੀਕ ਹੈ, ਢਾਉਣਾ ਪਿਆ। ਹਾਂਜੀ, ਜਿਹੜਾ ਕਿ ਦੁਬਾਰਾ ਢਾਉਣਾ ਪਿਆ। ਹੋਰ ਸਾਰੇ ਜਿੰਨੇ ਪ੍ਰਕਰਮਾਂ ਦੇ ਕੰਮ ਸੀ ਛੇਤੀ ਉਹਦੀ ਰਿਪੇਅਰਿੰਗ ਕਰਤੀ ਵੀ ਲੋਕ ਸਿੱਖਾਂ ਨੂੰ ਪਤਾ ਨਾ ਲੱਗੇ। ਇਹ ਗੱਲ ਦੱਸੋ ਵੀ ਉਹਦੇ ਵਿੱਚ ਇੰਨੇ ਇਹ ਕਾਲੇ ਕਿਉਂ ਸੀ? ਸਰਕਾਰ ਵੀ ਕਿਉਂ ਕਾਲੀ ਸੀ ਵੀ ਦਵਾ ਦਾ ਪਹਿਲਾਂ ਉਹਨਾਂ ਨੇ ਖੁਦ ਇਹ ਕੰਮ ਕੀਤਾ, ਫਿਰ ਮਟਾਉਣ ਦੇ ਵਿੱਚ ਇੰਨੀ ਉਤਾਵਲਾਪਨ ਕਿਉਂ? ਸੀਰਕਾਰ ਡਰਦੀ ਸੀ ਕਿ ਬਗਾਵਤ ਹੋਊਗੀ। ਬਗਾਵਤ ਹੋਣ ਵੀ ਲੱਗੀ ਸੀ। ਫੌਜ ਦੇ ਵਿੱਚ ਬਗਾਵਤ ਹੋਣੀ ਬਹੁਤ ਸੀਰੀਅਸ ਮੈਟਰ ਹੁੰਦਾ ਹੈ। ਕਿਸੇ ਕੰਟਰੀ ਦੀ ਫੌਜ ਸਭ ਤੋਂ ਵੱਧ ਡਿਸਪਲਿਨਡ ਜਥੇਬੰਦੀ ਹੁੰਦੀ ਹੈ। ਕਿਸੇ ਕੰਟਰੀ ਦੀ ਫੌਜ ਤੋਂ ਵੱਧ ਡਿਸਪਲਿਨਡ ਆਰਗੇਨਾਈਜੇਸ਼ਨ ਹੋਰ ਕੋਈ ਨਹੀਂ ਹੁੰਦੀ। ਜੇ ਤੁਹਾਡੀ ਸਭ ਤੋਂ ਵੱਧ ਡਿਸਪਲਿਨਡ ਆਰਗੇਨਾਈਜੇਸ਼ਨ ਦੇ ਵਿੱਚ ਬਗਾਵਤ ਹੋ ਜੇ, ਇਹਦਾ ਮਤਲਬ ਇਹ ਬਹੁਤ ਵੱਡੀ ਸੀਰੀਅਸ ਗੱਲ ਹੁੰਦੀ ਹੈ। ਇੰਟਰਨੈਸ਼ਨਲ ਲੈਵਲ ਤੇ ਬਹੁਤ ਵੱਡੀ ਸੀਰੀਅਸ ਗੱਲ ਹੁੰਦੀ ਹੈ ਕਿ ਫਲਾਣੇ ਮੁਲਕ ਦੀ ਫੌਜ ਬਾਗੀ ਹੋ ਗਈ। ਇੰਟਰਨੈਸ਼ਨਲ ਲੈਵਲ ਤੇ ਬਿਲਕੁਲ ਇਹ ਬਹੁਤ ਵੱਡੀ ਸੀਰੀਅਸ ਗੱਲ ਮੰਨੀ ਜਾਂਦੀ ਹੈ। ਸੋ ਭਾਰਤੀ ਫੌਜ ਦੇ ਵਿੱਚ ਬਗਾਵਤ ਹੋਣ ਲੱਗੀ ਸੀ। ਸਿੱਖ ਫੌਜੀ ਜਿੱਥੇ ਵੀ ਬੈਠਾ ਸੀ ਉੱਥੋਂ ਦਰਬਾਰ ਸਾਹਿਬ ਵੱਲ ਤੁਰ ਪਿਆ ਸੀ ਬਿਨਾਂ ਕੁਝ ਸਮਝੇ ਦੇ। ਜਿਵੇਂ ਅੱਜ ਕੱਲ੍ਹ ਦੇ ਬਈਏ ਤੁਰ ਪਏ ਇੱਥੋਂ ਕਿ ਭਾਵੇਂ 2000 ਕਿਲੋਮੀਟਰ ਹੈ, ਭਾਵੇਂ 2500 ਕਿਲੋਮੀਟਰ ਹੈ, ਅਸੀਂ ਤਾਂ ਆਪਦੇ ਘਰ ਜਾਣਾ ਹੈ। ਸਿੱਖਾਂ ਨੂੰ ਵੀ ਇਹ ਹੋ ਗਿਆ ਸੀ ਅਸੀਂ ਤਾਂ ਦਰਬਾਰ ਸਾਹਿਬ ਜਾਣਾ, ਅਸੀਂ ਆਪਣੇ ਘਰ ਜਾਣਾ। ਸਾਡਾ ਘਰ ਖਤਰੇ ਵਿੱਚ ਹੈ, ਸਾਡੇ ਘਰ ਨੂੰ ਘੇਰਾ ਪਾਇਆ ਹੋਇਆ ਫੌਜ ਨੇ। ਜਿਹੜੀ ਫੌਜ ਦੇ ਵਿੱਚ ਅਸੀਂ ਸਾਡੀ ਇਸੇ ਫੌਜ ਨੇ ਸਾਡੇ ਘਰ ਨੂੰ ਘੇਰਾ ਪਾਇਆ ਹੋਇਆ। ਅਸੀਂ ਆਪਣੇ ਘਰ ਨੂੰ ਲਿਬਰੇਟ ਕਰਾਉਣਾ ਹੈ, ਘਰ ਜਾ ਕੇ ਆਜ਼ਾਦ ਕਰਾਉਣਾ ਹੈ। ਉਹ ਉੱਥੋਂ ਹੀ ਤੁਰ ਪਏ। ਹੁਣ ਪੂਨੇ ਤੋਂ ਤੁਰ ਪਏ ਟਰੱਕਾਂ ਤੇ। ਦੇਖ ਲਓ ਕਿੱਡੀ ਵੱਡੀ ਗੱਲ ਹੈ। ਜਿਹੜੀ ਵੀ ਛਾਉਣੀ 'ਚ ਸਿੱਖ ਫੌਜੀ ਬੈਠੇ ਨੇ ਉਹ ਉੱਥੋਂ ਹੀ ਤੁਰ ਪਏ। ਨਹੀਂ ਤਾਂ ਉਹ ਜੇ ਸੋਚਦੇ ਤਾਂ ਕਿਵੇਂ ਟਰੱਕਾਂ ਤੇ ਆ ਸਕਦੇ ਸੀ? ਥਾਂ ਤੇ ਤਾਂ ਨਾਕੇ ਲੱਗੇ ਹੋਏ ਸੀ। ਉੱਪਰੋਂ ਹੈਲੀਕਾਪਟਰ ਤੋਂ ਉਡਣ ਲੱਗੇ ਦੇਖਣ ਵਾਸਤੇ ਕਿੱਥੇ ਤੱਕ ਪਹੁੰਚੇ ਨੇ, ਕਿੱਥੇ ਸਾਰੇ ਨਾਕੇ ਰੋਕ ਲਏ ਫੌਜ ਨੇ। ਉਹ ਹਰ ਨਾਕੇ ਦੇ ਜਦੋਂ ਪਹੁੰਚਦੇ ਸੀ ਉਹ ਫੜੀ ਜਾਂਦੇ ਸੀ ਉਹਨਾਂ ਨੂੰ। ਮਤਲਬ ਉਹ ਠੀਕ ਹੈ ਕਿ ਫੜੀ ਜਾਂਦੇ ਸੀ, ਫੜੇ ਗਏ, ਨਹੀਂ ਕੋਈ ਪਹੁੰਚ ਸਕਿਆ ਦਰਬਾਰ ਸਾਹਿਬ ਤੱਕ। ਲੇਕਿਨ ਇਹਦੇ ਨਾਲ ਸੈਂਟਰ ਗਵਰਨਮੈਂਟ ਨੂੰ ਮੈਸੇਜ ਮਿਲ ਗਿਆ ਸੀ ਕਿ ਫੌਜ 'ਚ ਬਗਾਵਤ ਹੋਣ ਲੱਗ ਗਈ ਹੈ। ਇੰਦਰਾ ਗਾਂਧੀ, ਕੋਈ ਵੀ ਪ੍ਰਧਾਨ ਮੰਤਰੀ ਆ, ਭਾਵੇਂ ਇੰਦਰਾ ਗਾਂਧੀ ਭਾਵੇਂ ਕੋਈ ਵੀ ਆ, ਉਹ ਡਰਦਾ ਹੁੰਦਾ ਹਰੇਕ ਕਿ ਮੇਰੀ ਫੌਜ ਦੇ ਵਿੱਚ ਬਗਾਵਤ ਨਾ ਹੋ ਜੇ। ਠੀਕ ਹੈ ਨਾ। ਇਹ ਇੰਟਰਨੈਸ਼ਨਲ ਪੱਧਰ ਤੇ ਬਹੁਤ ਉਹਨੂੰ ਮਿਹਣੇ ਵਰਗਾ ਗੱਲ ਹੁੰਦੀ ਹੈ ਕਿ ਬਾਹਰਲੇ ਮੁਲਕਾਂ ਨੂੰ ਪਤਾ ਲੱਗੂਗਾ ਕਿ ਫੌਜ ਬਾਗੀ ਹੋ ਗਈ। ਕੋਈ ਐਸਾ ਕੰਟਰੀ ਵੀ ਹੁੰਦਾ ਜਿਹੜਾ ਬਾਗੀਆਂ ਦੀ ਹੈਲਪ ਤੇ ਆ ਜਾਂਦਾ ਹੁੰਦਾ। ਠੀਕ ਹੈ ਨਾ। ਏਜੰਸੀਆਂ ਬਹੁਤ ਫਿਰਦੀਆਂ ਹੁੰਦੀਆਂ ਨੇ। ਸੋ ਸੈਂਟਰ ਗਵਰਨਮੈਂਟ ਨੂੰ ਇਸ ਗੱਲ ਦਾ ਡਰ ਹੁੰਦਾ ਹੈ ਕਿ ਏਜੰਸੀ ਇਹਨਾਂ ਨੂੰ ਸੰਭਾਲ ਨਾ ਲੈਣ ਕਿਤੇ ਜੀ। ਫਿਰ ਸਿੱਖਾਂ 'ਚ ਤਾਂ ਬਗਾਵਤ ਹੋਣੀ ਆ ਪੰਜਾਬ ਦੇ ਵਿੱਚ। ਜਿਹੜਾ ਯੂਥ ਸੀ, ਸਿੱਖ ਯੂਥ ਆਪ ਮੁਹਾਰੇ ਹੋਇਆ ਅੰਮ੍ਰਿਤਸਰ ਨੂੰ ਤੁਰ ਪਿਆ ਸੀ। ਪਿੰਡਾਂ ਦੇ ਵਿੱਚੋਂ ਜੀ, ਪਿੰਡਾਂ ਦੇ ਵਿੱਚੋਂ ਆਪ ਮੁਹਾਰੇ ਹੋਇਆ ਕੋਈ ਲੀਡਰ ਨਹੀਂ ਸੀ ਉਹਨਾਂ ਦਾ। ਤੇ ਉਹਨਾਂ ਤੱਕ ਇਹ ਖਬਰ ਕਿਵੇਂ ਆਈ? ਉਦੋਂ ਕਿਹੜਾ ਸੋਸ਼ਲ ਮੀਡੀਆ ਹੁੰਦਾ ਸੀ? ਨਹੀਂ ਇਹ ਤਾਂ ਗੱਲ ਪਤਾ ਲੱਗ ਗਈ ਸਾਰਿਆਂ ਨੂੰ ਜਦੋਂ ਅਟੈਕ ਕੀਤਾ। ਸਭ ਨੂੰ ਪਤਾ ਸੀ। ਅਸੀਂ ਘਰੇ ਬੈਠੇ, ਸਾਨੂੰ ਸਾਰਿਆਂ ਨੂੰ ਪਤਾ ਸੀ। ਹਰ ਬੰਦੇ ਨੂੰ ਕਰਫਿਊ ਲਾਤਾ ਸੀ ਯਾਰ। 3 ਜੂਨ ਨੂੰ ਕਰਫਿਊ ਲੱਗ ਗਿਆ ਸੀ। ਕਰਫਿਊ ਦਾ ਮਤਲਬ ਹੀ ਇਹ ਹੈ ਕਿ ਘਰੋਂ ਨਹੀਂ ਨਿਕਲਣਾ। ਕਿਉਂ ਨਹੀਂ ਘਰੋਂ ਨਿਕਲਣਾ? ਵੀ ਕੀ ਹੋ ਗਿਆ? ਕਰਫਿਊ ਦੀ ਉਲੰਘਣਾ ਕਰਕੇ ਸਾਰੇ ਆ ਰਹੇ ਸੀ। ਕਰਫਿਊ ਦੀ ਉਲੰਘਣਾ ਕਰਕੇ ਬਿਆਸ ਦੇ ਪੁਲ ਤੇ ਹਜ਼ਾਰਾਂ ਨੌਜਵਾਨ ਇਕੱਠੇ ਹੋ ਗਏ ਸੀ। ਬਿਆਸ ਦੇ ਪੁਲ ਤੇ ਪਰਲੇ ਪਾਸੇ ਜਿਹੜਾ ਬਾਬਾ ਬਿਧੀ ਚੰਦੀਏ ਨੇ ਜਿਹੜੀ ਸੰਪਰਦਾ ਉਹ ਇਕੱਠੇ ਹੋ ਕੇ ਤੁਰ ਪਏ ਸੀ ਅੰਮ੍ਰਿਤਸਰ ਵੱਲ। ਬਾਬਾ ਬਿਧੀ ਚੰਦ ਉਦੋਂ ਕਿਹੜੇ ਸੀ? ਭਾਈ ਅਵਤਾਰ ਸਿੰਘ ਦੇ ਪਿਤਾ ਜੀ ਸਨ। ਉਦੋਂ ਕੌਣ ਸਨ? ਬਾਬਾ ਸੁਰ ਸਿੰਘ, ਬਾਬਾ ਦਇਆ ਸਿੰਘ। ਉਹ ਤੁਰ ਪਏ ਸੀ ਸ੍ਰੀ ਅਕਾਲ ਤਖਤ ਦਰਬਾਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ। ਸੋ ਸਾਰੇ ਪਾਸੇ ਉਹ ਸਿੱਖ ਤੁਰ ਪਏ ਸਨ। ਉਹ ਫਿਰ ਉੱਥੇ ਇਹ ਸਿਆਣਪ ਕੀਤੀ
ਗੌਰਮੈਂਟ ਨੇ ਕਿ ਇਹਨਾਂ ਨੂੰ ਤੁਸੀਂ ਰੋਕ ਲਓ, ਫਿਰ ਜੇ ਹੋ ਸਕਿਆ ਤਾਂ ਐਮੀਕੇਬਲੀ ਇਹਨਾਂ ਨੂੰ ਨਿਖੇੜਨ ਦੀ ਕੋਸ਼ਿਸ਼ ਕਰੋ। ਮੇਰਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਰਿਐਕਸ਼ਨ ਹੋਣਾ ਚਾਹੀਦਾ ਸੀ ਆਪਰੇਸ਼ਨ ਬਲੂ ਸਟਾਰ ਦਾ, ਉਹ ਰਿਐਕਸ਼ਨ ਹੋ ਗਿਆ ਸੀ, ਉਹ ਰਿਐਕਸ਼ਨ ਹੋ ਗਿਆ ਸੀ। ਸਿਰਫ ਇੰਜ ਕਹਿ ਲਈਏ ਵੀ ਨਿਚੋੜ ਪੂਰਾ ਹੀ ਨਿਕਲਦਾ, ਜੇ ਨਕੰਮੇ ਨਿਕਲੇ ਤੇ ਆਗੂ ਨਿਕਲੇ ਨਾ ਕੌਮ ਨੇ ਉਦੋਂ ਵੀ ਬਿਲਕੁਲ ਬਿਲਕੁਲ ਕੌਮ ਨੇ ਬਿਲਕੁਲ ਉਸ ਸਮੇਂ ਦੇ ਉੱਪਰ ਵੀ ਸਾਰੀ ਕੌਮ ਅਕਾਲੀ ਦਲ ਦੇ ਪਿੱਛੇ ਕੋਈ ਨਹੀਂ ਸੀ, ਕੌਮ ਸਿੱਖਾਂ ਦੇ ਵਿੱਚੋਂ ਅਕਾਲੀ ਦਲ ਦੇ ਪਿੱਛੇ ਕੋਈ ਨਹੀਂ ਸੀ। ਇਹ ਤਾਂ ਇਹਨਾਂ ਨੂੰ ਛੇਤੀ ਰਿਹਾ ਕਰਨਾ ਚਾਹੁੰਦੀ ਸੀ ਸੈਂਟਰ ਗਵਰਨਮੈਂਟ, ਅਕਾਲੀ ਲੀਡਰਸ਼ਿਪ ਨੂੰ ਇਹ ਬਾਹਰ ਨਹੀਂ ਸੀ ਆ ਰਹੀ। ਤੇ ਜਿਹੜੇ ਚੰਦੂ ਮਾਜਰੇ ਨੇ ਮਰਜੀਵੜੇ ਤਿਆਰ ਕੀਤੇ ਸੀ ਉਹ ਕਿੱਥੇ ਗਏ? ਕਿਧਰੇ ਗਏ? ਕਿੱਥੇ ਨੇ? ਅਜੇ ਤੱਕ ਨਹੀਂ ਆਉਂਦੇ। ਕਿੱਥੇ ਨੇ ਮਰਜੀਵੜੇ? ਉਹ ਅਜੇ ਵੀ ਨਹੀਂ ਲੱਭੇ। ਨਾ 45,000 ਮਰਜੀਵੜਾ ਅਕਾਲ ਤਖਤ ਤੇ ਸਹੁੰ ਚੁੱਕਦਾ ਸੀ, ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਜਾ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਉਹਨੂੰ ਸਹੁੰ ਚੁਕਾਉਂਦਾ ਸੀ। ਸਾਡੀਆਂ ਫੌਜ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘੂਗੀ। 45,000 ਗਿਣਤੀ ਆਉਂਦੀ ਸੀ ਅਖਬਾਰਾਂ 'ਚ ਵੀ 45,000। ਹਾਂ ਮਰਜੀਵੜੇ ਜੀ, ਮਰਜੀਵੜੇ ਅਸੀਂ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਲੰਘੂਗੀ ਜੀ ਗੌਰਮੈਂਟ ਫੌਜ। ਉਹ ਪਤਾ ਨਹੀਂ ਕਿੱਥੇ ਨੇ ਲਾਸ਼ਾਂ, ਕਿੱਥੇ ਨੇ ਨਹੀਂ ਲਾਸ਼ਾਂ ਹੈਗੀਆਂ। ਫੌਜ ਤਾਂ ਲੰਘ ਲੂੰਗਾਈ ਸਾਰਾ ਕੁਝ। ਇਹ ਪਤਾ ਨਹੀਂ ਕਿੱਥੇ ਫਿਰਦੇ। ਦਰਬਾਰ ਸਾਹਿਬ ਦੇ ਕੰਮ ਨਹੀਂ ਹੈ, ਜਿਉਂਦੀਆਂ ਲਾਸ਼ਾਂ ਹੀ ਨੇ। ਫਿਰ ਜਿਉਂਦੀਆਂ ਲਾਸ਼ਾਂ, ਜਿਹੜੀ ਸਿੱਖ ਲੀਡਰਸ਼ਿਪ ਹੈ, ਅਕਾਲੀ ਦਲ ਦੀ ਲੀਡਰਸ਼ਿਪ ਹੈ, ਇਹ ਜਿਉਂਦੀਆਂ ਲਾਸ਼ਾਂ ਹੀ ਨੇ। ਉਹ ਕੋਈ ਅਣਖੀਲੀਆਂ ਲਾਸ਼ਾਂ ਨਹੀਂ ਹੈਗੀਆਂ। ਉਹ ਆਪਣੀ ਦਿਨ ਕੱਟੀ ਕਰ ਰਹੀਆਂ ਨੇ, ਆਪਣਾ ਡੰਗ ਟਪਾ ਰਹੀਆਂ ਨੇ। ਅੱਜ ਗੌਰਮੈਂਟ ਬਣਾ ਚੁੱਕੀ ਹੈ, 5 ਸਾਲ ਗੌਰਮੈਂਟ ਲੰਘਾਉਣ ਦੀ ਚਿੰਤਾ ਹੁੰਦੀ ਹੈ। ਗੌਰਮੈਂਟ ਲੰਘਾ ਲਓ, ਪੰਜਾਬ ਨੂੰ ਲੁੱਟਣ ਲਈ ਪੰਜਾਬ ਕੋਲੇ ਧਨ ਬਹੁਤ ਹੈ। 45,000 ਦੇ ਵਿੱਚੋਂ 45 ਵੀ ਨਹੀਂ ਉੱਥੇ ਖੜੇ। ਇਹ ਤੁਸੀਂ ਜਾ ਕੇ ਪੁੱਛ ਸਕਦੇ ਹੋ, ਤੁਹਾਡੇ ਸਾਹਮਣੇ ਜਿਉਂਦੇ ਨੇ ਉਹ ਸਾਰੇ। ਠੀਕ ਹੈ ਨਾ? ਕਮਾਲ ਦੀ ਗੱਲ ਹੈ ਵੈਸੇ। ਤੁਸੀਂ ਜੇ ਮਰਜੀਵੜਿਆਂ ਦੀ ਗੱਲ ਕਹਿ ਕੇ ਯੂਥ ਅਕਾਲੀ ਦਲ ਦੀ ਗੱਲ ਕਰ ਲਓਗੇ, ਉਹਦੀ ਕੰਨ ਚੱਕ ਲੈਂਦੇ ਨੇ। ਤਾਂ ਉਹ ਜ਼ਿਆਦਾ ਨੂੰ ਹਟਾ ਦਿਓ, ਨਹੀਂ ਫਿਰ ਅਸੀਂ ਉੱਥੋਂ ਉੱਠ ਕੇ ਜਾਂਦੇ। ਇਹ ਮਰਜੀਵੜੇ ਸ਼ਬਦ ਵਰਤਣ ਵਾਲੀ। ਹਾਂ, ਮਰਜੀਵੜੇ ਸ਼ਬਦ, ਕਿਉਂਕਿ ਮਰਜੀਵੜੇ ਸ਼ਬਦ ਬਹੁਤ ਮਸ਼ਹੂਰ ਹੋ ਗਿਆ ਸੀ ਉਦੋਂ। ਠੀਕ ਹੈ ਨਾ? ਉਦੋਂ ਬਹੁਤ ਮਸ਼ਹੂਰ ਹੋ ਗਿਆ ਸੀ। ਅਸੀਂ ਤਾਂ ਸਾਰੇ ਉੱਥੇ ਦੇਖਦੇ ਸੀ ਇਹਨੂੰ, ਸਹੁੰ ਚੁੱਕਦਿਆਂ ਨੂੰ ਉੱਚੀ ਕਹਿੰਦੇ ਹੁੰਦੇ ਸੀ, ਉਹ ਇਹਨੂੰ ਸਹੁੰ ਚੁਕਾ ਲਿਆਓ, ਤੇਰੇ ਗਲ 'ਚ ਸਰੂਪਾ ਪਵਾ ਕੇ ਲੈ ਆਓ। ਐ ਉੱਚੀ ਕਹਿੰਦੇ ਸੀ, ਜਾਓ ਲੈ ਆਓ ਉੱਥੇ ਜਾ ਕੇ। ਅਸੀਂ ਸੁਣਦੇ ਹੁੰਦੇ। ਸਾਨੂੰ ਕਿੱਥੇ ਚੱਕਦੇ ਸੀ? ਸਾਨੂੰ ਅਕਾਲ ਤਖਤ ਸਾਹਿਬ ਦੇ ਜਾ ਕੇ। ਅੱਛਾ। ਜਿੱਥੇ ਹਜ਼ਾਰਾਂ ਮਰਜੀਵੜਿਆਂ ਨੇ ਸਹੁੰ ਚੁੱਕ ਕੇ ਤੋੜਤੀਆਂ ਯਾਰ, ਤੁਸੀਂ ਉੱਥੇ ਉਮੀਦ ਕਰੋਗੇ ਕਿ ਉਸ ਥਾਂ ਤੇ ਕੋਈ ਸਿੱਖਾਂ ਦਾ ਰਾਜ ਹੋ ਜਾਊਗਾ ਕਿਤੇ? ਹੈ ਸਿੱਖ ਕੌਮ ਦਾ ਹਾਲ ਕਿਹੋ ਜਿਹਾ ਹੋਊਗਾ ਜਿੱਥੇ ਹਜ਼ਾਰਾਂ ਮਰਜੀਵੜਿਆਂ ਨੇ ਸਹੁੰ ਚੁੱਕ ਕੇ ਤੋੜਤੀਆਂ? ਸੰਤ ਚੰਨਣ ਸਿੰਘ ਔਰ ਇਹ ਸਾਰੇ ਉੱਥੇ ਸੰਤ ਫਤਿਹ ਸਿੰਘ ਇਹ ਵੀ ਤੋੜਦੇ ਰਹੇ। ਉਸ ਤੋਂ ਬਾਅਦ ਇਹ ਫਿਰ ਪਰੰਪਰਾ ਹੀ ਇਹਨਾਂ ਦੀ ਬਣ ਚੁੱਕੀ ਹੈ। ਦੇਖ ਲਓ ਤੁਸੀਂ ਇਸ ਪਾਸੇ ਧਿਆਨ ਲਾ ਕੇ ਤਾਂ ਦੇਖੋ। ਤੁਸੀਂ ਅਰਦਾਸਾਂ ਤੋੜਨ ਵਾਲੇ ਪਾਸੇ ਅਕਾਲੀ ਲੀਡਰਸ਼ਿਪ ਨੇ ਕਿੰਨੀਆਂ ਅਰਦਾਸਾਂ ਤੋੜੀਆਂ ਨੇ। ਜਿਹੜੇ ਬਾਬਾ ਜਰਨੈਲ ਸਿੰਘ ਨਾਲ ਸ਼ਹੀਦ ਹੋਏ ਨੇ, ਬਾਬਾ ਜੀ ਨੇ ਵੀ ਉਹਨਾਂ ਦੀ ਸਹੁੰ ਚੁਕਾਈਆਂ। ਬਾਬਾ ਜਰਨੈਲ ਸਿੰਘ ਦੀ ਮਜਬੂਰੀ ਕੀ ਸੀ? ਉਹਦਾ ਕੋਈ ਸ਼ੌਂਕ ਥੋੜਾ ਸੀ ਕਿ ਮੈਂ ਦਰਬਾਰ ਸਾਹਿਬ ਦੇ ਅੰਦਰ ਵੜ ਕੇ ਲੁੱਕ ਕੇ ਉੱਥੇ ਲੜਾਈ ਲੜਨੀ ਹੈ ਤੇ ਲੋਕਾਂ ਨੂੰ ਵਿਪਤਾ ਚ ਪਾਉਣਾ। ਇਹ ਕੋਈ ਸ਼ੌਂਕ ਥੋੜਾ ਸੀ ਉਹਦਾ। ਉਹਨੇ ਸਿੱਖਾਂ ਨੂੰ ਦਿਖਾਉਣਾ ਸੀ। ਇਸ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦੀ ਵੀ ਇਹਨਾਂ ਨੇ ਬੇਹੁਰਮਤੀ ਕੀਤੀ ਆ, ਦਰਬਾਰ ਸਾਹਿਬ ਨੂੰ ਵੀ ਵਰਤ ਰਹੇ ਨੇ, ਅਰਦਾਸਾਂ ਨੂੰ ਭੰਗ ਕਰ ਰਹੇ ਨੇ, ਪੰਥਕ ਹਿੱਤਾਂ ਲਈ ਲੜ ਨਹੀਂ ਰਹੇ, ਲੇਕਿਨ ਵੋਟ ਪੰਥਕ ਨਾਂ ਤੇ ਲੈ ਰਹੇ ਨੇ। ਮੈਂ ਤੁਹਾਨੂੰ ਦਿਖਾਵਾਂਗਾ ਕਿ ਪੰਥ ਲਈ ਮਰੀਂਦਾ ਕਿਵੇਂ ਹੁੰਦਾ ਹੈ। ਮੈਂ ਤੁਹਾਨੂੰ ਦਿਖਾਵਾਂਗਾ ਕਿ ਪੰਥ ਲਈ ਮਰੀਂਦਾ ਕਿਵੇਂ ਹੁੰਦਾ ਹੈ। ਹਰ ਇੱਕ ਨੂੰ ਕੋਈ ਮਰਨ ਦਾ ਚਾਅ ਥੋੜਾ ਹੁੰਦਾ ਹੈ ਕਿ ਮੈਂ ਤਾਂ ਮਰਨਾ ਹੀ ਮਰਨਾ ਹੈ। ਤੁਸੀਂ ਬਾਬਾ ਜਰਨੈਲ ਸਿੰਘ ਜੀ ਨੂੰ ਸ਼ਹਾਦਤ ਤੋਂ ਕਿੰਨੇ ਕੁ ਦਿਨ ਪਹਿਲਾਂ ਮਿਲੇ ਸੀ? 15-20 ਦਿਨ ਪਹਿਲਾਂ। ਮੈਂ ਅਸੀਂ ਅੱਧੀ ਮਈ ਤੱਕ ਮਿਲਦੇ ਰਹੇ ਹਾਂ ਉਹਨਾਂ ਨੂੰ, ਅੱਧੀ ਮਈ ਤੱਕ। ਫਿਰ ਜਾਣ ਦਾ ਮੌਕਾ ਨਹੀਂ ਮਿਲਿਆ। ਹੋ ਸਕਦਾ ਅਸੀਂ ਜਾ ਕੇ ਫਿਰ ਵੀ ਮਿਲ ਆਉਂਦੇ, ਫਿਰ ਮੌਕਾ ਨਹੀਂ ਮਿਲਿਆ ਜਾਣ। ਤੁਹਾਡੇ ਨਾਲ ਇਸ ਜੰਗ ਬਾਰੇ ਕੋਈ ਬਾਬਾ ਜਰਨੈਲ ਸਿੰਘ ਦੀਆਂ ਗੱਲਾਂ ਹੋਈਆਂ ਸੀ? ਸੰਤ ਜਰਨੈਲ ਸਿੰਘ ਦੀਆਂ ਗੱਲਾਂ ਬਹੁਤ ਹੋਈਆਂ ਸਾਡੇ ਨਾਲ, ਬਹੁਤ ਹੱਦੋਂ ਵੱਧ। ਕਈ ਵਿਸ਼ੇ ਤਾਂ ਕਮਾਲ ਦੇ ਹੁੰਦੇ ਸੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਸੰਤਾਂ ਦਾ ਸਾਨੂੰ ਇਹ ਆਦੇਸ਼ ਸੀ, ਪ੍ਰੋਫੈਸਰੋ ਤੁਸੀਂ ਮੇਰੇ ਕੋਲੇ ਨਾ ਸ਼ਾਮ ਨੂੰ ਰੋਟੀ ਖਾਣ ਦੇ ਪਿੱਛੋਂ ਆਇਆ ਕਰੋ, ਜਾਂ ਮੇਰੇ ਕੋਲੇ ਆ ਕੇ ਰੋਟੀ ਖਾ ਕੇ ਫਿਰ ਮੈਨੂੰ ਮਿਲਿਆ ਕਰੋ। ਤੁਸੀਂ ਉਦੋਂ ਪ੍ਰੋਫੈਸਰ ਸੀ ਯੂਨੀਵਰਸਿਟੀ 'ਚ? ਸਾਨੂੰ ਪ੍ਰੋਫੈਸਰ ਤਾਂ ਇੱਕ ਖਾਸ ਸਮੇਂ ਦੇ ਅਨੁਸਾਰ ਬਣਦਾ ਹੈ, ਨਹੀਂ ਤਾਂ ਯੂਨੀਵਰਸਿਟੀਆਂ ਦਾ ਹਰੇਕ ਲੈਕਚਰਰ ਪ੍ਰੋਫੈਸਰ ਹੀ ਹੁੰਦਾ ਹੈ। ਕਾਲਜਾਂ ਦਾ ਵੀ ਲੈਕਚਰਰ ਪ੍ਰੋਫੈਸਰ ਹੀ ਕਹਿ ਦਿੰਦੇ ਆ। ਠੀਕ ਹੈ ਨਾ? ਹਾਂ, ਪ੍ਰੋਫੈਸਰ ਦੀ ਇੱਕ ਆਪਣੀ ਮਰਿਆਦਾ ਹੈ। ਉਹ ਖਾਸ ਸਰਵਿਸ ਪੂਰੀ ਹੋਣ ਦੇ ਬਾਅਦ, ਖਾਸ ਕੁਆਲੀਫਿਕੇਸ਼ਨ ਪੂਰੀ ਹੋਣ ਦੇ ਬਾਅਦ ਫਿਰ ਉਹਨੂੰ ਪ੍ਰੋਫੈਸਰ ਦੀ ਡਿਗਰੀ ਮਿਲਦੀ ਹੈ। ਓਕੇ, ਠੀਕ ਹੈ ਨਾ? ਇਹ ਅਸੀਂ ਸਾਰੇ ਮੈਂ ਪ੍ਰੋਫੈਸਰ ਹਾਂ,
ਮੈਂ ਉਹੋ ਜਿਹਾ ਪ੍ਰੋਫੈਸਰ ਨਹੀਂ ਜਿਹੇ ਪ੍ਰੋਫੈਸਰ ਅਖਬਾਰਾਂ 'ਚ ਜਾਂ ਅਕਾਲੀ ਦਲ 'ਚ ਜਾਂ ਹੋਰਾਂ ਪਾਸੇ ਫਿਰਦੇ ਨੇ, ਠੀਕ ਹੈ ਨਾ। ਮੈਂ ਬਾਕਾਇਦਾ ਮੈਨੂੰ ਪ੍ਰੋਫੈਸਰਸ਼ਿਪ ਮਿਲੀ ਹੋਈ ਹੈ, ਸਿਲੈਕਸ਼ਨ ਹੋਈ ਹੈ ਮੇਰੀ ਕੁਆਲੀਫਿਕੇਸ਼ਨ ਦੇ ਆਧਾਰ ਤੇ, ਠੀਕ ਹੈ ਨਾ। ਤੇ ਇਹ ਕਿਹੜੀ ਗੱਲ ਚੱਲਦੀ ਸੀ? ਤੁਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਖਾਣਾ ਖਾਣ ਤੋਂ ਬਾਅਦ ਆਇਆ ਕਰੋ, ਪ੍ਰਸ਼ਾਦੇ ਤੋਂ ਬਾਅਦ ਰਾਤ ਤੇ। ਉਹਨਾਂ ਨੇ ਕਿਹਾ ਕਿਉਂਕਿ ਸਾਰਾ ਦਿਨ ਮੇਰਾ ਇਹੋ ਜਿਹੇ ਪੱਤਰਕਾਰਾਂ ਨਾਲ, ਇਹੋ ਜਿਹੇ ਲੀਡਰਾਂ ਨਾਲ, ਇਹੋ ਜਿਹੇ ਵਿਅਕਤੀਆਂ ਨਾਲ ਗੱਲਾਂ ਕਰਨ 'ਚ ਲੰਘ ਜਾਂਦਾ ਹੈ ਜਿੱਥੇ ਮੈਂ ਸੀਰੀਅਸ ਹੀ ਰਹਿਣਾ, ਜਿੱਥੇ ਹਲਕੀ ਫੁਲਕੀ ਕੋਈ ਗੱਲ ਹੁੰਦੀ ਹੀ ਨਹੀਂ। ਤੁਸੀਂ ਜਦੋਂ ਮੈਨੂੰ ਮਿਲਦੇ ਹੋ ਤਾਂ ਮੈਨੂੰ ਹਸਾ ਦਿੰਦੇ ਹੋ, ਤੁਸੀਂ ਅਸੀਂ ਹਸਾ ਦਿੰਦੇ ਸੀ। ਮੈਨੂੰ ਪਤਾ ਲੱਗਾ ਵੀ ਇੱਕ ਸੱਜਣ ਨੇ ਦੱਸਿਆ ਵੀ ਇੱਕ ਵਾਰੀ ਬਾਬਾ ਜੀ ਨੇ ਬੈਠਕਾਂ ਵੀ ਕਢਾਈਆਂ ਸੀ। ਨਹੀਂ, ਬੈਠਕਾਂ ਕਢਾਈਆਂ ਤੁਸੀਂ ਪਾਠ ਕਰਦੇ ਹੋ? ਨਹੀਂ, ਬੈਠਕਾਂ ਕਢਾਈਆਂ ਨਹੀਂ ਸੀ। ਹਾਂ, ਸੁਣੋ ਗੱਲ। ਹਾਂਜੀ, ਮਤਲਬ ਉਹ ਸਾਡੇ ਨਾਲ ਖੁੱਲ੍ਹ ਕੇ ਗੱਲਾਂ ਕਰਦੇ ਸੀ। ਤੁਸੀਂ ਖਾਣਾ ਖਾਣ ਤੋਂ ਬਾਅਦ ਮੇਰੇ ਨਾਲ ਆਇਆ ਕਰੋ, ਤੁਹਾਡੇ ਨਾਲ ਗੱਲਾਂ ਕਰਕੇ ਮੇਰੀ ਰੋਟੀ ਖਾਧੀ ਹੋਈ ਹਜਮੇ ਆ ਜਾਂਦੀ ਹੈ। ਤੁਹਾਡੇ ਨਾਲ ਗੱਲਾਂ ਕਰਦਾ ਕਰਦਾ ਮੈਂ ਹੱਸ ਪੈਂਦਾ। ਮੈਂ ਸਾਰਾ ਦਿਨ ਨਹੀਂ ਹੱਸਦਾ। ਅਸੀਂ ਮਗਰੋਂ ਸੋਚਦੇ ਵੀ ਹੁੰਦੇ ਸੀ ਵੀ ਕਮਾਲ ਦੀ ਗੱਲ ਹੈ, ਸਾਰਾ ਦਿਨ ਜਿਹੜੇ ਇਨਸਾਨ ਨੇ ਹੱਸਣਾ ਹੀ ਨਹੀਂ, ਉਹਦਾ ਜੀਵਨ ਕਿਹੋ ਜਿਹਾ ਹੋਊਗਾ, ਕਿਸ ਤਰ੍ਹਾਂ ਉਹ ਮਤਲਬ ਉਹ ਆਪਣਾ ਸਮਾਂ ਬਿਤਾਉਂਦਾ ਹੋਊਗਾ। ਸਾਨੂੰ ਸੰਤ ਜਰਨੈਲ ਸਿੰਘ ਦਾ ਇਹ ਆਦੇਸ਼ ਸੀ, ਪ੍ਰੋਫੈਸਰੋ ਮੇਰੇ ਕੋਲ ਵਾਅਦਾ ਕਰਕੇ ਜਾਓ, ਜੀ ਹੁਕਮ ਕਰੋ, ਨਿਤਨੇਮ ਕਰਨਾ ਰੋਜ਼, ਜੀ ਸਤ ਵਚਨ। ਫਿਰ ਆਪ ਕਹਿੰਦੇ ਦੇਖੋ ਤੁਸੀਂ ਆਪਣੇ ਆਪ ਮੈਨੂੰ ਦੱਸਣਾ ਆ ਕੇ ਕਿ ਅਸੀਂ ਰੈਗੂਲਰ 1 ਮਹੀਨਾ, ਕਿਉਂਕਿ ਹਰ ਮਹੀਨੇ ਆਉਣ ਦਾ ਆਦੇਸ਼ ਸੀ, ਕਿ ਰੈਗੂਲਰ ਅਸੀਂ ਲਗਾਤਾਰ 1 ਮਹੀਨਾ ਨਿਤਨੇਮ ਕੀਤਾ। ਜਿਸ ਦਿਨ ਨਹੀਂ ਕੀਤਾ ਹੋਇਆ ਉਹ ਵੀ ਮੈਨੂੰ ਦੱਸ ਦਿਓ, ਇਹ ਤੁਹਾਡੇ ਤੇ ਹੀ ਮੈਂ ਛੱਡ ਦਾਂ ਗੱਲ ਇਹ। ਓਕੇ ਜੀ, ਬੈਠੇ ਰਹੇ। ਸਾਡੇ 'ਚ ਇੱਕ ਬੰਦਾ ਸੀ, ਮੈਂ ਨਾਂ ਨਹੀਂ ਲੈਂਦਾ ਉਹਦਾ, ਉਹਨੇ ਕਿਹਾ ਬਾਬਾ ਜੀ ਜੇ ਭਲਾ ਮੰਨ ਲਈਏ ਜੇ ਇੱਕ ਦਿਨ ਨਿਤਨੇਮ ਨਾ ਹੋਵੇ ਫਿਰ ਮੈਂ ਉਹਦੀਆਂ ਤੁਸੀਂ ਡੰਡ ਬੈਠਕਾਂ ਫਿਕਸ ਕਰ ਲਓ ਵੀ ਇੱਕ ਦਿਨ ਦੀਆਂ ਡੰਡ ਬੈਠਕਾਂ ਕਿੰਨੀਆਂ ਕੱਢਣੀਆਂ ਨੇ, ਤੇ ਉਹ ਫਿਰ ਮੈਂ ਡੰਡ ਬੈਠਕਾਂ ਕਢਵਾਉਂ ਤੁਹਾਡੇ ਕੋਲ। ਓਕੇ ਜੀ, ਬੈਠੇ ਰਹੇ 2-3 ਮਿੰਟ ਚੁੱਪਚਾਪ। ਉਹੀ ਬੰਦਾ ਫਿਰ ਕਹਿੰਦਾ ਬੈਠਾ ਬੈਠਾ ਬਾਬਾ ਜੀ ਐਂ ਕਰੋ ਤੁਸੀਂ 30 ਨਾਲ ਅੱਜ ਹੀ ਗੁਣਾ ਕਰ ਲਓ ਡੰਡ ਬੈਠਕਾਂ ਨੂੰ, ਅਸੀਂ ਅੱਜ ਕੱਢ ਜਾਂਦੇ ਆ, ਫੇਰ ਆਵਾਂਗੇ, ਫੇਰ ਕੱਢ ਜਾਾਂਗੇ ਤੁਹਾਡੇ ਕੋਲੇ, ਨਿਤਨੇਮ ਨਹੀਂ ਜੀ ਹੋਣਾ ਸਾਡੇ ਕੋਲੋਂ। ਉਹ ਨਾਲੇ ਤਾਂ ਸੰਤ ਜੀ ਹੱਸੀ ਗਏ, ਨਾਲੇ ਉਹ ਥਾਪੀਆਂ ਵੀ ਦੇ ਗਏ ਤੇ ਉੱਚੀ ਤਕੜੀਆਂ ਜਿਵੇਂ ਆਪਾਂ ਉਹ ਗੁੱਸੇ ਪਿਆਰ ਨਾਲ ਮਾਰਦੇ ਵੀ ਹੁੰਦੇ ਆ, ਉਹ ਕਰੀ ਗਏ। ਮਤਲਬ ਉਹ ਸਾਡੀਆਂ ਗੱਲਾਂ ਨਾਲ ਬਹੁਤ ਹੱਸਦੇ ਸੀ, ਸਾਨੂੰ ਆਨੰਦ ਆਉਂਦਾ ਸੀ ਪੂਰਾ। ਪਰ ਹਕੂਮਤ ਨੂੰ ਲੈ ਕੇ ਕਦੀ ਗੱਲਾਂ ਹੋਈਆਂ? ਇੱਕ ਮਿੰਟ ਇੱਕ ਗੱਲ ਮੈਂ ਹੋਰ ਦੱਸਦਾ ਤੁਹਾਨੂੰ। ਸਾਨੂੰ ਉਹਨਾਂ ਦਾ ਆਦੇਸ਼ ਸੀ ਕਿ ਹਰ ਮਹੀਨੇ ਮੈਨੂੰ ਤੁਸੀਂ ਮਿਲਣ ਆਉਣਾ ਹੈ, ਇੱਕ ਵਾਰ, ਵੱਧ ਵਾਰ ਤੁਹਾਡੀ ਆਪਣੀ ਮਰਜ਼ੀ ਹੈ ਜੀ, ਲੇਕਿਨ ਇੱਕ ਵਾਰ ਹਰ ਹਾਲਤ 'ਚ ਆਉਣਾ। ਓਕੇ, 1 ਮਹੀਨਾ ਲੰਘ ਗਿਆ ਨਵੰਬਰ ਦਾ, ਨਹੀਂ ਅਸੀਂ ਜਾ ਸਕੇ, ਪਤਾ ਨਹੀਂ ਕੀ ਕਾਰਨ ਹੋ ਗਿਆ ਸੀ, ਅਸੀਂ ਨਹੀਂ ਜਾ ਸਕੇ। ਦਸੰਬਰ ਦਾ ਮਹੀਨਾ ਵੀ ਜਾ ਰਿਹਾ ਸੀ, ਦਸੰਬਰ 83 ਦਾ। ਮੈਂ ਕਿਹਾ ਵੀ ਮੈਂ ਤਾਂ ਜਾਊਂਗਾ, ਦੂਜਾ ਮਹੀਨਾ ਲੰਘਦਾ ਜਾ ਰਿਹਾ, ਮੈਂ ਤਾਂ ਜਾਊਂਗਾ, ਮੈਂ ਨਹੀਂ ਰਹਿ ਸਕਦਾ। ਮੈਂ ਚਲਿਆ ਗਿਆ ਇਕੱਲੇ, ਨਹੀਂ ਅਸੀਂ ਅਦਰਵਾਈਜ਼ ਇਕੱਠੇ ਹੋ ਕੇ ਜਾਣੇ ਹੁੰਦੇ। ਸੰਤ ਜੀ ਦਾ ਉਦੋਂ ਕੈਂਪ ਦੀਵਾਨ ਲੱਗਦਾ ਹੁੰਦਾ ਸੀ, ਜਿਹੜੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਉਦੋਂ ਬਣ ਰਹੀ ਸੀ, ਉਹਦੇ ਉੱਤੇ ਦੀਵਾਨ ਲੱਗਦਾ ਹੁੰਦਾ ਸੀ, ਛੱਤ ਉੱਪਰ, ਉਦੋਂ ਕੰਪਲੀਟ ਨਹੀਂ ਸੀ ਹੋਇਆ ਜੀ। ਮੈਂ ਚਲਿਆ ਗਿਆ, ਪੌੜੀਆਂ ਚੜ੍ਹ ਕੇ ਉੱਪਰ ਚਲਿਆ ਗਿਆ ਤੇ ਦੀਵਾਨ ਲੱਗਿਆ ਹੋਇਆ ਸੰਤਾਂ ਦਾ। ਮੈਂ ਜਦੋਂ ਜਿਹੜੀ ਐ ਸਿੱਧਾ ਰਸਤਾ ਹੁੰਦਾ ਹੈ, ਸੰਤ ਜੀ ਬੈਠੇ ਨੇ, ਮਤਲਬ ਜਿਸ ਤਰ੍ਹਾਂ ਦੀ ਸਟੇਜ ਵਾਲੀ ਥਾਂ ਹੁੰਦੀ ਹੈ, ਸਟੇਜ ਨਹੀਂ ਸੀ ਹੈ ਤਾਂ ਛੱਤ ਦੇ ਉੱਤੇ ਸੀ ਸਾਰਾ ਕੁਝ। ਮੈਨੂੰ ਦੇਖਣ ਸਾਰ ਸੰਤ ਜੀ ਉੱਥੇ ਬੈਠੇ ਬੋਲ ਪਏ, ਬਈ ਆ ਜਾ ਪ੍ਰੋਫੈਸਰ, ਆ ਜਾ, ਤੂੰ ਪਿਛਲੇ ਮਹੀਨੇ ਨਹੀਂ ਨਾ ਤੁਸੀਂ ਆਏ, ਅਹੀਂ ਬਿਨਾਂ ਕਿਸੇ ਰਿਵਾਜ ਨਹੀਂ ਗੱਲਬਾਤ ਤੋਂ। ਮੈਂ ਕੋਲੇ ਆ ਕੇ ਕਿਹਾ ਜੀ ਹਾਂ ਅਸੀਂ ਪਿਛਲੇ ਮਹੀਨੇ ਆ ਨਹੀਂ ਸਕੇ, ਤੁਸੀਂ ਜੋ ਵੀ ਦੰਡ ਲਾਉਣਾ ਉਹ ਲਾ ਸਕਦੇ ਹੋ। ਇੰਨੀ ਯਾਦ ਸ਼ਕਤੀ ਸੀ, ਇੰਨੀ ਦੁਨੀਆ ਮਿਲਦੀ ਹੈ, ਕਮਾਲ ਦੀ ਗੱਲ ਹੈ। ਮਤਲਬ ਬੰਦਾ ਕਿਉਂ ਨਹੀਂ ਚੌੜਾ ਦੁੱਗਣਾ ਚੌੜਾ ਵੱਲ ਹੌਸਲੇ 'ਚ ਆਏਗਾ ਕਿ ਸੰਤਾਂ ਨੇ ਮੈਨੂੰ ਦੇਖਣ ਸਾਰ ਹੀ ਤੁਸੀਂ ਮਤਲਬ ਸੰਗਤ ਨੂੰ ਕਹਿਣ ਲੱਗੇ, ਆ ਗਿਆ ਵੀ ਪ੍ਰੋਫੈਸਰ ਆ ਗਿਆ, ਪ੍ਰੋਫੈਸਰ ਤੂੰ ਪਿਛਲੇ ਮਹੀਨੇ ਨਹੀਂ ਆਇਆ ਜੀ, ਬਿਲਕੁਲ ਨਹੀਂ ਆ ਸਕਿਆ, ਦੰਡ ਲਾਓ। ਹਾਂ ਤੈਨੂੰ ਦੰਡ ਲਾਉਣਾ ਹੈ, ਆ ਜਾਓ। ਮੈਂ ਡਾਕਟਰ ਕੋਲੇ ਜਾ ਕੇ ਆਪਣਾ ਮੁਆਇਨਾ ਚੈੱਕਅਪ ਕਰਾ ਕੇ ਆਉਣੀ ਆ ਨੀਚੇ, ਜਦ ਤੱਕ ਮੈਂ ਮੁੜ ਕੇ ਨਹੀਂ ਆਉਂਦਾ ਤੈਂ ਬੋਲਦੇ ਰਹਿਣਾ ਮਾਈਕ ਤੇ। ਓਕੇ, ਸੰਗਤ ਨੂੰ ਕਹਿ ਗਏ ਜਦ ਤੱਕ ਮੈਂ ਮੁੜ ਕੇ ਆਉਣਾ ਤੁਸੀਂ ਇਹਨੂੰ ਬੈਠੇ ਸੁਣੀ ਜਾਣਾ ਹੈ,
ਹਟਣ ਨਹੀਂ ਦੇਣਾ। ਓਕੇ ਠੀਕ ਹੈ ਜੀ। ਮੈਂ ਕਿਹਾ ਜਦੋਂ ਬੋਲਣ ਸੰਤ ਜੀ ਤੁਰ ਪਏ ਥੱਲੇ ਚਲੇ ਗਏ ਤੇ ਮੈਂ ਕਿਹਾ ਜੀ ਸਾਧ ਸੰਗਤ ਜੀ ਇਹ ਤਾਂ ਮੈਂ ਹੁਣ ਸੰਤਾਂ ਦੇ ਹੁਕਮ ਅਨੁਸਾਰ ਮਤਲਬ ਬੋਲ ਰਿਹਾ, ਨਹੀਂ ਤਾਂ ਮੈਂ ਐਡੀ ਦੂਰੋਂ ਆਇਆ ਅਜੇ ਚਾਹ ਪਾਣੀ ਪੀਣਾ ਸੀ, ਮੈਂ ਫਿਰ ਤੁਹਾਡੇ ਨਾਲ ਬੋਲਣਾ ਸੀ ਗੱਲਬਾਤ ਕਰ ਸੋਚ ਸਮਝ ਕੇ, ਤੇ ਹੁਣ ਕੋਈ ਗੱਲ ਨਹੀਂ ਇਹ ਹੁਕਮ ਹੈ ਸੰਤਾਂ ਦਾ ਤੇ ਆਪਾਂ ਗੱਲਾਂ ਬਾਤਾਂ ਕਰੀ ਜਾ ਰਹੇ। ਅਸੀਂ ਗੱਲਾਂ ਬਾਤਾਂ ਕਰੀ ਗਏ, ਹੌਲੀ ਹੌਲੀ ਕਾਫੀ ਦੇਰ ਹੋ ਗਈ, ਅੱਧਾ ਘੰਟਾ ਹੋ ਗਿਆ, ਮੇਰਾ ਮੂੰਹ ਸੁੱਕਣ ਲੱਗ ਗਿਆ। ਮੈਂ ਸੰਗਤ ਨੂੰ ਕਹਿਣ ਲੱਗ ਗਿਆ ਦੇਖੋ ਸਾਧ ਸੰਗਤ ਜੀ ਗੱਲਾਂ ਤਾਂ ਮੇਰੇ ਕੋਲ ਗਈਆਂ ਮੁੱਕ ਤੇ ਮੇਰਾ ਮੂੰਹ ਵੀ ਸੁੱਕਣ ਲੱਗ ਗਿਆ ਤੇ ਮੈਂ ਹੁਣ ਹੋਰ ਕਿਉਂਕਿ ਸੰਤਾਂ ਨੇ ਕਿਹਾ ਕਿ ਜਦ ਤੱਕ ਉਹ ਆਉਂਦੇ ਨਹੀਂ ਉਦੋਂ ਤੱਕ ਬੋਲਣਾ ਨਹੀਂ ਹਟ, ਇਸ ਕਰਕੇ ਮੈਂ ਬੋਲਣੋਂ ਨਹੀਂ ਹਟਦਾ। ਤੁਸੀਂ ਠੀਕ ਹੈ ਨਾ, ਮਸਾਲਾ ਮੁੱਕਿਆ ਪਿਆ। ਇਹ ਗੱਲ ਕਹਿ ਕੇ ਮੈਂ ਹਟਿਆ ਹੀ ਸੀ ਜੀ। ਥੱਲਿਓ ਇੱਕ ਸੇਵਾਦਾਰ ਉਹਨਾਂ ਦਾ ਭੱਜਿਆ ਆ ਰਿਹਾ ਹੈ ਥੱਲਿਓ, ਪੈਸਾ ਹਟ ਜਾਓ ਹਟ ਜਾਓ ਹਟ ਜਾਓ ਹਟ ਜਾਓ ਹਟ ਜਾਓ, ਸੰਤਾਂ ਨੇ ਕਿਹਾ ਹਟ ਜਾਓ ਕੋਈ ਗੱਲ ਨਹੀਂ ਤੁਸੀਂ ਆਰਾਮ ਨਾਲ ਬੈਠ ਜਾਓ ਹਟ ਜਾਓ। ਇਹਦਾ ਮਤਲਬ ਉੱਤੋਂ ਆਵਾਜ਼ ਹੇਠਾਂ ਜਾ ਰਹੀ ਹਾਂ ਹੇਠਾਂ ਆਵਾਜ਼ ਜਾ ਰਹੀ ਸੀ। ਫਿਰ ਸੰਤ ਜੀ ਜਦੋਂ ਉੱਪਰ ਆਏ ਹੱਸਦੇ ਆਉਣ, ਪ੍ਰੋਫੈਸਰ ਦੇਖ ਲਿਆ ਅੱਜ ਤੈਨੂੰ ਦੇਖ ਲਿਆ ਤੂੰ ਕਿੰਨਾ ਕੁ ਚਿਰ ਬੋਲ ਸਕਦਾ ਹੈ। ਮੈਂ ਸੁਣਦਾ ਸੀ ਸਾਰੀ ਗੱਲ ਤੁਹਾਡੀ, ਲੇਕਿਨ ਜਦ ਤੁਸੀਂ ਇਹ ਗੱਲ ਕਹੀ ਤੇ ਮੈਂ ਭੁੱਲ ਗਿਆ ਸੀ ਵੀ ਤੁਹਾਨੂੰ ਮੈਂ ਹਟਣ ਲਈ ਵੀ ਕਹਿ ਦਿਆਂ। ਫਿਰ ਉਹਨੇ ਸੇਵਾਦਾਰ ਭੇਜਿਆ। ਮਤਲਬ ਤੁਸੀਂ ਦੇਖੋ ਕਿਵੇਂ ਯਾਰਾਂ ਦੇ ਨਾਲ ਯਾਰ ਬਣ ਕੇ ਹੋ, ਦੋਸਤਾਂ ਦੇ ਨਾਲ ਦੋਸਤ ਬਣ ਕੇ ਕਿਵੇਂ ਵਿੱਚ ਸਾਡੇ ਨਾਲ ਤਾਂ ਗੱਲਾਂ ਇਉਂ ਕਰਦੇ ਸੀ ਜਿਵੇਂ ਅਸੀਂ ਫੈਮਿਲੀ ਮੈਂਬਰ ਹੁੰਦੇ ਆ। ਕੋਈ ਅਸੀਂ ਕਿਸੇ ਗੱਲ ਸਾਡੇ ਕੋਲ ਉੱਥੇ ਕੋਈ ਫਾਰਮੈਲਿਟੀ ਨਹੀਂ ਸੀ ਹੁੰਦੀ, ਨਹੀਂ ਤਾਂ ਦਮਦਮੀ ਟਕਸਾਲ ਦੇ ਥਾਂ ਤੇ ਜਾ ਕੇ ਉਹਨਾਂ ਦੇ ਮੁਖੀ ਨਾਲ ਗੱਲ ਕਰਨੀ ਬਹੁਤ ਵੱਡੀ ਗੱਲ ਹੁੰਦੀ ਹੈ। ਪਹਿਲੀ ਗੱਲ ਤਾਂ ਐਰਾ ਗੈਰਾ ਉਹਨਾਂ ਦੇ ਨੇੜੇ ਜਾ ਕੇ ਬਹਿ ਨਹੀਂ ਸਕਦਾ ਸੀ, ਠੀਕ ਹੈ ਨਾ। ਲੇਕਿਨ ਸਾਡੇ ਬਾਰੇ ਉਹਨਾਂ ਦਾ ਆਦੇਸ਼ ਇਹ ਸੀ ਕਿ ਤੁਸੀਂ ਸੇਵਾਦਾਰ ਨੂੰ ਥੱਲੇ ਲਓ ਸਾਡੇ ਨੂੰ, ਤੇ ਤੁਹਾਨੂੰ ਕੋਈ ਰੋਕੇ ਨਾ, ਉਹਨੂੰ ਲੈ ਕੇ ਸਿੱਧਾ ਮੇਰੇ ਕੋਲ ਆ ਜਾਓ, ਕੋਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਠੀਕ ਹੈ ਨਾ। ਸੇਵਾਦਾਰ ਤਾਂ ਕਹਿੰਦੇ ਸੀ ਕਿਉਂਕਿ ਸੇਵਾਦਾਰ ਤੋਂ ਬਗੈਰ ਉੱਪਰ ਜਾਣ ਨਹੀਂ ਸੀ ਦਿੰਦਾ ਕੋਈ ਉਹ ਜੀ, ਕੋਈ ਆਮ ਐਰਾ ਗੈਰਾ ਜਾ ਨਹੀਂ ਸੀ ਸਕਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਇਹ ਦੂਰਅੰਦੇਸ਼ੀ ਜਿਹੜੀ ਸੀ ਬਾਬਾ ਜਰਨੈਲ ਸਿੰਘ ਦੀ, ਜਿਵੇਂ ਤੁਸੀਂ ਗੱਲਬਾਤ ਕਰਦੇ ਹੋ, ਕੀ ਬਾਤ ਹੈ। ਇਹ ਦੂਰਅੰਦੇਸ਼ੀ ਦੇ ਵਿੱਚ ਜੇ ਆਪਾਂ ਇੱਕ ਗੱਲ ਲਾਈਏ ਤੇ ਉਹਨਾਂ ਨੂੰ ਸਾਰਾ ਦਿਸ ਰਿਹਾ ਸੀ ਕਿ ਹਕੂਮਤ ਨੇ ਆਹ ਕਰਨਾ, ਸਾਡਾ ਇੰਨਾ ਨੁਕਸਾਨ ਹੋਣਾ, ਕਿਉਂਕਿ ਦੇਖੋ ਬੱਚੇ ਤੱਕ ਹੋਇਆ ਬਹੁਤ। ਬਿਲਕੁਲ ਇਹ ਸਾਰੇ ਇਸ ਮੁੱਦੇ ਦੇ ਉੱਪਰ ਕਦੀ ਗੱਲ ਹੋਈ ਸੀ ਤੁਹਾਡੀ? ਹਾਂ ਗੱਲਾਂ ਹੁੰਦੀਆਂ ਸੀਆਂ, ਲੇਕਿਨ ਕਿਉਂਕਿ ਆਹ ਗੱਲ ਦਾ ਪਤਾ ਨਹੀਂ ਸੀ ਵੀ ਇਸ ਚਰਮ ਸੀਮਾ ਤੱਕ ਇਹ ਗੱਲ ਪਹੁੰਚ ਜੂਗੀ, ਇਹਦਾ ਪਤਾ ਨਹੀਂ ਸੀ ਕਿਸੇ ਨੂੰ। ਵੀ ਇੰਨਾ ਪਤਾ ਸੀ ਵੀ ਕੁਝ ਹੋ ਸਕਦਾ ਹੈ, ਇੰਨਾ ਪਤਾ ਸੀ ਸਾਨੂੰ ਨਹੀਂ। ਇਹ ਗੱਲ ਕਰਨ ਦਾ ਇੱਕ ਤਰੀਕਾ ਫਰਕ ਹੁੰਦਾ ਹੈ। ਸਾਨੂੰ ਇਹ ਤਾਂ ਪਤਾ ਸੀ ਕਿ ਸੰਤ ਜਰਨੈਲ ਸਿੰਘ ਪਿੱਛੇ ਨਹੀਂ ਹਟਣਗੇ, ਸਾਨੂੰ ਇਹ ਪਤਾ ਸੀ, ਠੀਕ ਹੈ ਨਾ। ਇਹ ਜਿੱਥੇ ਵੀ ਅੜ ਗਏ ਇਹ ਉੱਥੇ ਹੀ ਅੜੇ ਰਹਿਣਗੇ। ਲੇਕਿਨ ਸਾਡੇ ਮਨ 'ਚ ਇਹ ਖਦਸ਼ਾ ਸੀ ਕਿ ਅਕਾਲੀ ਲੀਡਰਸ਼ਿਪ ਨੇ ਕਿਤੇ ਐਸਾ ਨਾ ਹੋਵੇ ਕਿ ਸੰਤ ਜਰਨੈਲ ਸਿੰਘ ਨੂੰ ਜ਼ਿਆਦਾ ਫੜਵਾ ਦੇਣ ਜਾਂ ਕਿਸੇ ਤੋਂ ਅਟੈਕ ਕਰਵਾ ਦੇਣ, ਉਹਨਾਂ ਤੇ ਆਪ 'ਚ ਹੀ ਲੜਾ ਦੇਣ। ਇਹ ਸਾਡੇ ਮਨ 'ਚ ਜ਼ਰੂਰ ਸੀ। ਸਾਨੂੰ ਇਸ਼ਾਰੇ ਜਿਹੜੀ ਬੱਬਰਾਂ ਦੀ ਤੇ ਬਾਬਾ ਜਰਨੈਲ ਸਿੰਘ ਗਰੁੱਪ ਦੀ ਆਪਸੀ ਹੁੰਦੀ ਸੀ ਖਹਿਬਾਜੀ ਸੀ, ਲੇਕਿਨ ਉਹ ਉਹਨਾਂ ਦੇ ਆਪਣੇ ਮਸਲੇ ਸੀ। ਮੈਂ ਇਹਦੇ ਬਾਰੇ ਬੋਲਾਂਗਾ ਨਹੀਂ, ਇਹਦੇ ਬਾਰੇ ਮੈਂ ਬੋਲਾਂਗਾ ਨਹੀਂ, ਠੀਕ ਹੈ ਨਾ। ਸੋ ਇਹ ਉੱਥੇ ਸਾਡੇ ਮਨ 'ਚ ਇਹ ਜ਼ਰੂਰ ਸੀ ਕਿ ਅਕਾਲੀ ਦਲ ਹੀ ਕਿਤੇ ਕਿਸੇ ਤਰੀਕੇ ਨਾਲ ਪੁਲਿਸ ਰਾਹੀਂ ਫੜਵਾ ਨਾ ਦੇਵੇ ਉਹਨਾਂ ਨੂੰ। ਪਰ 84 ਦੇ ਵਿੱਚ ਬੱਬਰਾਂ ਦਾ ਵੀ ਅਹਿਮ ਰੋਲ ਤੇ ਤੁਹਾਡੀ ਗੱਲ ਵਿਚਾਲੇ ਆ, ਕਿਉਂਕਿ ਜਿੰਨਾ ਉੱਥੇ ਉਭਾਰ ਹੋ ਰਿਹਾ ਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ, ਉਹ ਅਕਾਲੀ ਦਲ ਦੇ ਖਿਲਾਫ ਜਾ ਰਿਹਾ ਸੀ। ਅਲਟੀਮੇਟਲੀ ਮਾਰਚ, ਅਪ੍ਰੈਲ, ਮਈ 84 ਦੇ ਜਿਹੜੇ ਮਹੀਨੇ ਨੇ, ਅਕਾਲੀ ਦਲ ਦੇ ਸਾਰੇ ਦਫ਼ਤਰ ਉੱਥੋਂ ਖਾਲੀ ਹੋ ਗਏ ਸੀ, ਸਾਰੇ ਦਫ਼ਤਰ ਖਾਲੀ ਹੋ ਗਏ। ਸਟਾਫ ਕਿੱਥੇ ਸੀ? ਸੋ ਕਿਤੇ ਗਏ, ਕਿਤੇ ਬਾਹਰ ਆਲੇ ਦੁਆਲੇ ਦੇ ਦਫ਼ਤਰਾਂ 'ਚ ਬਹਿ ਗਏ, ਕਿਤੇ ਜਾਂ ਆਪਦੇ ਘਰਾਂ 'ਚ ਬਹਿ ਗਏ, ਉਹ ਸਾਰੇ ਦਫ਼ਤਰ ਖਾਲੀ ਹੋ ਗਏ ਸੀ ਉੱਥੇ। ਅਕਾਲੀ ਵਰਕਰ ਨਹੀਂ ਸੀ ਉੱਥੇ ਕਿਤੇ ਕੋਈ ਦੀਦਾ ਕੋਈ ਉੱਥੇ। ਮਈ 'ਚ ਤਾਂ ਹੈ ਹੀ ਨਹੀਂ ਸੀ ਕੋਈ ਉੱਥੇ, ਮਈ 'ਚ ਤਾਂ ਕੋਈ ਹੈ ਹੀ ਨਹੀਂ ਸੀ। ਜਿੰਨੀਆਂ ਸਰਾਵਾਂ ਸੀਆਂ ਜਾਂ ਸੰਤਾਂ ਕੋਲ ਸੀ ਜਾਂ ਬੱਬਰਾਂ ਕੋਲ ਸੀ, ਕੋਈ ਨਹੀਂ ਸੀ ਉੱਥੇ। 84 ਵੇਲੇ ਜੋ ਹੋਇਆ, ਏਡੀ ਵੱਡੀ ਹਕੂਮਤ ਨਾਲ ਜੰਗ ਹੋਈ ਹੈ, ਇਹਦੇ ਵਿੱਚ ਬੱਬਰਾਂ ਦਾ ਵੀ ਅਹਿਮ ਰੋਲ। ਦੇਖੋ ਜੀ ਬੱਬਰ ਵੀ ਖਾੜਕੂ ਸਨ, ਮੈਨੂੰ ਉਹਨਾਂ ਬਾਰੇ ਜ਼ਿਆਦਾ ਪਤਾ ਨਹੀਂ। ਬੱਬਰ ਵੀ ਖਾੜਕੂ ਸਨ, ਉਹਨਾਂ ਦਾ ਵੀ ਰੋਲ ਰਿਹਾ ਪਿੱਛੋਂ ਦਾ ਰੋਲ ਰਿਹਾ ਉਹਨਾਂ ਦਾ ਬਹੁਤ ਤਕੜਾ। ਬੱਬਰ ਪਹਿਲੇ ਸ਼ਹੀਦ ਹੋਏ ਹੈ, ਪਿੱਛੋਂ ਤਾਂ ਰੋਲ ਉਹਨਾਂ ਦਾ ਰਿਹਾ ਬਹੁਤ ਤਕੜਾ। ਲੇਕਿਨ ਜਿੱਥੋਂ ਤੱਕ ਮੈਨੂੰ ਇਹ ਪਤਾ ਹੈ ਕਿ ਬੱਬਰ ਬਹੁਤ ਮੰਨੇ ਤੇ ਪਰਮੰਨੇ ਖਾੜਕੂ ਸਨ, ਜਿਹੜੇ ਕਿ ਜ਼ਿਆਦਾ ਡਿਸਿਪਲਿਨਡ ਸਨ। ਹੋਰਨਾਂ ਖਾੜਕੂ ਜਥੇਬੰਦੀਆਂ ਨਾਲੋਂ ਜਿਹੜਾ ਬੱਬਰ ਖਾਲਸਾ ਹੈ ਉਹ ਜ਼ਿਆਦਾ ਡਿਸਿਪਲਿਨਡ ਸੀ। ਇਹਨਾਂ ਦਾ ਸੰਬੰਧ ਅਖੰਡ ਕੀਰਤਨ ਜਥੇ ਨਾਲ ਰਿਲੇਟਡ ਜ਼ਿਆਦਾ ਰਹੇ। ਕੌਣ? ਬੱਬਰ। ਹਾਂ ਉਹ ਉਹਦੇ ਨਾਲ ਰਿਲੇਟਡ ਜ਼ਿਆਦਾ ਰਹੇ। ਅਕਾਲੀ ਦਲ ਦੇ ਨਾਲ ਵੀ ਕੁਝ ਉਹਨਾਂ ਦਾ ਸਮਝੌਤਾ ਸੀ, ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਵੀ ਸਮਝੌਤਾ ਸੀ। ਮਤਲਬ ਇਹ ਹੈ ਜਿਹੜੀਆਂ ਖਾੜਕੂ ਜਥੇਬੰਦੀਆਂ ਸੀਆਂ ਆਪਰੇਸ਼ਨ ਬਲੂ ਸਟਾਰ ਤੋਂ ਪਿੱਛੋਂ ਜੋ ਮੈਂ ਦੇਖੀਆਂ ਜਾਂ ਜਿਨ੍ਹਾਂ ਬਾਰੇ ਮੈਂ ਸਮਝਿਆ, ਉਹਨਾਂ ਵਿੱਚੋਂ ਸਭ ਤੋਂ ਵੱਧ ਡਿਸਿਪਲਿਨਡ ਜਿਹੜੀ ਜਥੇਬੰਦੀ ਸੀ ਖਾੜਕੂ, ਉਹ ਬੱਬਰ ਸੀ, ਬੱਬਰ ਖਾਲਸਾ।
ਠੀਕ ਹੈ ਨਾ। ਹੋਰ ਇਸ ਤੋਂ ਵੱਧ ਮੈਨੂੰ ਕੋਈ ਜ਼ਿਆਦਾ ਪਤਾ ਨਹੀਂ ਮੇਰਾ, ਕਿਉਂਕਿ ਸੰਬੰਧ ਹੋਰ ਨਾਲ ਜਥੇਬੰਦੀਆਂ ਜਨਰਲ ਲਾਭ ਸਿੰਘ ਨਾਲ ਮੇਰਾ ਮਿਲ ਵਰਤਨ ਰਹੀ ਹੈ। ਤੇ ਜਿਹੜੀ ਪੰਥਕ ਕਮੇਟੀ ਸੀ ਭਾਈ ਬਸਾਵਾ ਸਿੰਘ ਹੋਰੀ, ਮਾਨੋ ਚਾਹਲ ਹੋਰੀ, ਤੇ ਇਹ ਭਾਈ ਗੁਰਦੇਵ ਸਿੰਘ ਹੋਰੀ, ਇਹਨਾਂ ਨਾਲ ਮੇਰਾ ਸਹਿਚਾਰ ਰਿਹਾ, ਇਹਨਾਂ ਨਾਲ ਹੀ ਮੇਰਾ ਸਹਿਯੋਗ ਸੀ। ਜਨਰਲ ਲਾਭ ਸਿੰਘ ਨਾਲ ਮੇਰਾ ਜ਼ਿਆਦਾ ਸਹਿਯੋਗ ਸੀ। ਬਾਬਾ ਜਰਨੈਲ ਸਿੰਘ ਨੇ ਇਸ ਜਗ੍ਹਾ ਦੀ ਚੋਣ ਕਿਉਂ ਕੀਤੀ? ਦੇਖੋ, ਮੇਰਾ ਖਿਆਲ ਹੈ ਕਿ ਜਦੋਂ ਤੁਸੀਂ ਪੰਥਕ ਹਿੱਤਾਂ ਲਈ ਆਪਣੀ ਹੀ ਲੀਡਰਸ਼ਿਪ ਨਾਲ ਤੁਸੀਂ ਜੇ ਲੜਾਈ ਕਰਨੀ ਹੈ, ਫਿਰ ਤਾਂ ਤੁਹਾਨੂੰ ਉਹੀ ਜੀ ਜਗ੍ਹਾ ਹੀ ਲੱਭਣੀ ਪਊਗੀ ਜਿਸ ਜਗ੍ਹਾ ਤੇ ਤੁਹਾਡੀ ਲੀਡਰਸ਼ਿਪ ਬੈਠੀ ਹੈ। ਸੰਤ ਜਰਨੈਲ ਸਿੰਘ ਦੀ ਜਿਹੜੀ ਬੇਸਿਕ ਲੜਾਈ ਸੀ ਉਹ ਸੈਂਟਰ ਗਵਰਨਮੈਂਟ ਨਾਲ ਨਹੀਂ ਸੀ। ਉਹ ਜਿਹੜੇ ਕੱਚੇ ਪਿੱਲੇ ਢਿੱਲੜ ਸਿੱਖ ਸਨ, ਜਿਨ੍ਹਾਂ ਨੇ ਅਰਦਾਸ ਨੂੰ ਮਖੌਲ ਬਣਾ ਦਿੱਤਾ ਸੀ, ਜਿਨ੍ਹਾਂ ਨੇ ਸਿੱਖੀ ਨੂੰ ਮਖੌਲ ਬਣਾ ਦਿੱਤਾ ਸੀ, ਲੜਾਈ ਉਹਨਾਂ ਦੀ ਬੇਸਿਕ ਤੌਰ ਤੇ ਉਹਨਾਂ ਨਾਲ ਸੀ ਕਿ ਇਹਨਾਂ ਨੂੰ ਸੁਧਾਰਨਾ ਜਾਂ ਸਿੱਧੇ ਕਰਨਾ। ਸਿੱਧੇ ਕਰਤੇ ਸੀ। ਮਈ 1983 ਦੇ ਅੰਤ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 70 ਤੋਂ ਵੀ ਵੱਧ ਬੰਦੇ ਸੰਤ ਜਰਨੈਲ ਸਿੰਘ ਨਾਲ ਜਾ ਰਲੇ ਸਨ। 70 ਤੋਂ ਵੀ ਵੱਧ ਬੰਦੇ। ਫਿਰ ਇਹ ਦੋ ਚੀਜ਼ਾਂ ਦਾ ਪ੍ਰਚਾਰ ਕਿਵੇਂ ਹੋਇਆ? ਕਿਵੇਂ? ਇੱਕ ਤੇ ਬਾਬਾ ਜਰਨੈਲ ਸਿੰਘ ਨੂੰ ਕਾਂਗਰਸੀ ਕਹਿਣਾ, ਉਹ ਨਹੀਂ, ਉਹ ਇਹ ਆਪੋ ਆਪਣੀਆਂ ਗੱਲਾਂ। ਸੈਕੰਡਲੀ ਉਹਨਾਂ ਨੂੰ ਇਹ ਗੱਲ ਕਹਿ ਦੇਣਾ ਕਿ ਬਾਬਾ ਜਰਨੈਲ ਸਿੰਘ ਇਸ ਜੰਗ ਦੇ ਵਿੱਚੋਂ ਜਾ ਚੁੱਕੇ ਸਨ। ਦੇਖੋ, ਇਹ ਗੱਲਾਂ ਦਾ ਪ੍ਰਚਾਰ ਕੌਣ ਕਰਦਾ ਰਿਹਾ? ਇਹਨਾਂ ਗੱਲਾਂ ਵਿੱਚ ਵੀ ਪੋਲਿਟਿਕਸ ਸੀ। ਜਿਹੜਾ ਗੱਲ ਇਹ ਪ੍ਰਚਾਰ, ਇਸ ਗੱਲ ਕਹਿਣ ਦਾ ਫਾਇਦਾ ਕਿਹਨੂੰ ਹੋ ਰਿਹਾ ਸੀ? ਹਾਂ, ਦੇਖੋ, ਸੰਤ ਜਰਨੈਲ ਸਿੰਘ ਜੀ ਬਾਰੇ ਇਹ ਗੱਲ ਪ੍ਰਚਾਰੀ ਗਈ ਕਿ ਉਹ ਨਿਕਲ ਗਏ ਨੇ ਦਰਬਾਰ ਸਾਹਿਬ ਚੋਂ, ਉਹ ਸਹੀ ਸਲਾਮਤ ਨੇ। ਓਕੇ, ਅਸੀਂ ਵੀ ਚਾਹੁੰਦੇ ਸੀ ਸੰਤ ਜੀ ਜਿਉਂਦੇ ਹੋਣ, ਅਸੀਂ ਵੀ ਚਾਹੁੰਦੇ ਸੀ। ਅਸੀਂ ਵੀ ਉਹ ਖਬਰਾਂ ਪੜ੍ਹੀਆਂ ਨੇ ਕਿ ਸੰਤਾਂ ਦੀ ਲਾਸ਼ ਮਿਲੀ ਹੈ। ਜਦੋਂ ਲਾਸ਼ ਮਿਲੀ ਸਾਰੇ ਪਾਸੇ ਹੀ ਸੋਗ ਸਾ ਗਿਆ। ਲੋਕਾਂ ਨੂੰ ਇਹ ਹੋ ਗਿਆ ਵੀ ਹਾਂ, ਸੰਤਾਂ ਨੂੰ ਮਾਰ ਲਿਆ। ਠੀਕ ਹੈ ਨਾ, ਤੇ ਅਫਸੋਸ ਤਾਂ ਹੋਣਾ ਹੀ ਹੋਣਾ ਸਭ ਨੂੰ। ਲੇਕਿਨ ਅਸੀਂ ਕਈ ਵਿੱਚੋਂ ਕਨਸੂਆਂ ਆਉਂਦੀਆਂ ਸੀਆਂ, ਨਹੀਂ ਉਹ ਲਾਸ਼ ਨਕਲੀ ਹੈ, ਸੰਤ ਜੀ ਤਾਂ ਨਿਕਲ ਗਏ। ਅਸੀਂ ਚਾਹੁੰਦੇ ਸੀ ਨਿਕਲ ਗਏ ਹੋਣ ਸੱਚੀ ਮੁੱਚੀ। ਕਿਉਂ? ਤਾਂ ਕਿ ਇੱਕ ਜਿਹੜਾ ਤੁਹਾਡਾ ਲੀਡਰ ਹੈ, ਖੁਦ ਤੁਸੀਂ ਇਹ ਗੱਲ ਕੀਤੀ ਹੈ ਕਿ ਬਾਬਾ ਜਰਨੈਲ ਸਿੰਘ ਨੇ ਦੁਨੀਆ ਨੂੰ ਇਹ ਗੱਲ ਆਖੀ ਹੈ ਵੀ ਤੁਹਾਨੂੰ ਮਰਨਾ ਕਿਵੇਂ ਹੈ, ਤੁਹਾਨੂੰ ਮੈਂ ਦੱਸਾਂਗਾ। ਸਾਰੀਆਂ ਗੱਲਾਂ ਸਾਹਮਣੇ ਨੇ। ਹਾਂ, ਜਦੋਂ ਸੰਤ ਜਰਨੈਲ ਸਿੰਘ ਬਾਰੇ ਇਹ ਗੱਲ ਉਡਾਉਂਦੇ ਸੀ ਜਾਂ ਉੜਦੀ ਸੀ ਕਿ ਸੰਤ ਜੀ ਜਿਉਂਦੇ ਨੇ, ਸਹੀ ਸਲਾਮਤ ਨੇ, ਦੁਸ਼ਮਣ ਦੇ ਹੌਲ ਪੈਂਦਾ ਸੀ। ਓਕੇ, ਦੁਸ਼ਮਣ ਦੇ ਹੌਲ ਪੈਂਦਾ ਸੀ। ਅਸੀਂ ਵੀ ਯੂਨੀਵਰਸਿਟੀ 'ਚ ਕਹਿੰਦੇ ਸੀ ਸੰਤ ਜੀ ਸਹੀ ਸਲਾਮਤ ਨੇ, ਸੁਣਨ ਵਾਲਾ ਉੱਥੇ ਚੁੱਪ ਕਰ ਜਾਂਦਾ ਸੀ। ਅਸੀਂ ਇਹ ਵੀ ਕਹਿੰਦੇ ਸੀ, ਉਹ ਇਹ ਨਾ ਸਮਝ ਲਿਓ ਓਏ ਅਸੀਂ ਮਾਰੇ ਗਏ, ਆਹ ਆਪਰੇਸ਼ਨ ਬਲੂ ਸਟਾਰ ਸਮਝ ਕੇ ਤੁਸੀਂ ਵੀ ਇੰਨੇ ਬੰਦੇ ਮਾਰਤੇ, ਸਾਡੇ ਕੋਲੇ ਨਹੀਂ, ਤੁਹਾਡਾ ਮੁਕਾਬਲਾ ਅਸੀਂ ਹੁਣ ਵੀ ਕਰ ਸਕਦੇ ਹਾਂ। ਅੱਛਾ, ਗੱਲਾਂ ਹੁੰਦੀਆਂ। ਉਹ ਹਾਂ ਕਹਿੰਦੇ, ਅਸੀਂ ਕਹਿੰਦੇ ਸੀ, ਸਾਨੂੰ ਰੜਕਾ ਕੇ ਗੱਲਾਂ ਕਰਦੇ ਹੁੰਦੇ ਸੀ ਜਿਹੜੇ ਕਾਮਰੇਡ ਕਿਸਮ ਦੇ ਬੰਦੇ ਨੇ, ਜਾਂ ਜਿਹੜੇ ਦੂਜੇ ਬੰਦੇ ਕਾਮਰੇਡ ਕਿਸਮ ਦੇ ਬੰਦੇ ਯੂਨੀਵਰਸਿਟੀ 'ਚ। ਤੁਹਾਡਾ ਮੁਕਾਬਲਾ ਕਰਨ ਜੋਗੀ ਸਾਡੇ 'ਚ ਤਾਕਤ ਹੈ। ਉਹ ਤਾਕਤ ਨਹੀਂ ਗਈ ਸਾਡੀ ਅਜੇ ਵੀ ਤੁਸੀਂ ਚਾਂਬਲ ਜੋ ਤੁਸੀਂ ਇੱਥੇ ਚਾਂਬਲੇ ਹੋਏ, ਸਾਨੂੰ ਇੱਥੇ ਮਿਹਣੇ ਮਾਰੀ ਜਾਓ, ਸਾਨੂੰ ਖੰਗੂਰੇ ਮਾਰ ਕੇ ਸਾਡੇ ਕੋਲ ਦੀ ਲੰਘੋ, ਇੰਨੀ ਕੁ ਤਾਕਤ ਸਾਡੇ ਕੋਲ ਅਜੇ ਵੀ ਹੈ। ਸੋ ਸੰਤ ਜਰਨੈਲ ਸਿੰਘ ਨੂੰ ਜਿਉਂਦਾ ਜਾਗਦਾ ਕਹਿਣਾ ਉਹਨਾਂ ਲੋਕਾਂ ਦੇ ਹੌਲ ਪਾਉਣ ਲਈ ਸੀ। ਮੈਂ ਕਈ ਵਾਰ ਮੈਂ ਵੀ ਪਰ ਕਿਤੇ ਨਾ ਕਿਤੇ ਹੌਲ ਪਾਉਣ ਲਈ ਸੀ, ਪਰ ਸ਼ਹਾਦਤ ਨੂੰ ਛੋਟਾ ਵੀ ਕਰਦਾ ਸੀ। ਇਹ ਗੱਲ ਛੋਟੀ ਹੁੰਦੀ ਸੀ, ਪਰ ਇਹਦੇ ਨਾਲ ਹੌਲ ਵੀ ਪੈਂਦਾ ਸੀ, ਸਰਕਾਰੀ ਏਜੰਸੀਆਂ ਨੂੰ ਵੀ ਹੌਲ ਪੈਂਦਾ ਸੀ। ਬਾਬਾ ਰਾਮ ਸਿੰਘ ਨੂੰ ਕਿਉਂ ਕਿਹਾ ਗਿਆ ਕਿ ਬਾਬਾ ਰਾਮ ਸਿੰਘ ਜਿਉਂਦੇ ਨੇ? ਉੱਥੇ ਤਾਂ ਸਿੱਖ ਨਹੀਂ ਸਨ, ਕਿਹਾ ਗਿਆ ਸੀ ਨਾ ਬਾਬਾ ਰਾਮ ਸਿੰਘ ਜੀ ਜਿਉਂਦੇ ਨੇ। ਉਹਨਾਂ ਦਾ ਮਕਸਦ ਵੀ ਇਹ ਸੀ ਕਿ ਅੰਗਰੇਜ਼ ਗਵਰਨਮੈਂਟ ਨੂੰ ਇਹ ਦਿਖਾ ਦੇ ਕਿ ਬਾਬਾ ਰਾਮ ਸਿੰਘ ਨੂੰ ਤੁਸੀਂ ਨਹੀਂ ਮਾਰ ਸਕਦੇ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈ। ਉਹਦੇ ਕਾਲੇ ਪਾਣੀ ਦੱਸਿਆ ਜਾਊਗੀ ਸੀ ਉਹਨਾਂ ਨੂੰ। ਡੈਥ ਵੀ ਹੋ ਗਈ ਸੀ ਨਾ। ਹਾਂ, ਡੈਥ ਹੋ ਗਈ ਸੀ। ਲੇਕਿਨ ਉਹਨਾਂ ਬਾਰੇ ਇਹ ਕਿਹਾ ਗਿਆ ਕਿ ਡੈਥ ਨਹੀਂ ਹੋਈ। ਸਾਰੇ ਨਾਮਧਾਰੀਆਂ ਨੇ ਇਹ ਗੱਲ ਉਡਾਈ ਕਿ ਬਾਬਾ ਰਾਮ ਸਿੰਘ ਦੀ ਡੈਥ ਨਹੀਂ ਹੋਈ, ਉਹ ਮੌਕਾ ਆਉਣ ਤੇ ਆਪ ਹੀ ਪ੍ਰਗਟ ਹੋ ਜਾਣਗੇ। ਇਹਦੇ ਪਿੱਛੇ ਵੀ ਇੱਕ ਪੋਲਿਟਿਕਸ ਸੀ। ਸੁਭਾਸ਼ ਚੰਦਰ ਬੋਸ ਨੂੰ ਦੇ ਬਾਰੇ ਕਿਉਂ ਗੱਲ ਉਡਾਈ ਗਈ ਕਿ ਸੁਭਾਸ਼ ਚੰਦਰ ਬੋਸ ਅਜੇ ਵੀ ਜਿਉਂਦੇ ਨੇ, ਮੌਕਾ ਆਉਣ ਤੇ ਇੰਡੀਆ 'ਚ ਆ ਜਾਣਗੇ? ਮਤਲਬ ਇਹਨਾਂ ਗੱਲਾਂ ਦੇ ਪਿੱਛੇ ਕੀ ਹੁੰਦਾ ਹੈ? ਉੱਥੇ ਤਾਂ ਸਿੱਖ ਨਹੀਂ ਸਨ। ਹਰੀ ਸਿੰਘ ਨਲੂਏ ਵੇਲੇ ਵੀ ਜਦੋਂ ਸੰਸਕਾਰ ਕਰਨਾ, ਲਾਂਬੂ ਦੀਵਾਰਾਂ ਤੋਂ ਹੇਠਾਂ ਰੱਖਿਆ ਜੇ ਤਾਂ ਕਿ ਭਾਵ ਬਣਿਆ ਰਹੇ। ਹਰੀ ਸਿੰਘ ਨਲੂਏ ਨੇ ਕਿਹਾ ਸੀ ਕਿ ਦੁਸ਼ਮਣ ਨੂੰ ਪਤਾ ਨਾ ਲੱਗ ਜੇ ਕਿ ਮੈਂ ਮਰ ਗਿਆ। ਜਦੋਂ ਉਹ ਸਹਿਕ ਰਹੇ ਸੀ, ਅੰਤਮ ਸਾਹਾਂ ਤੇ ਸੀ, ਕਿਉਂਕਿ ਫੌਜ ਥੋੜੀ ਸੀ, ਉਧਰ ਕਮਰਨੌਰ ਨਿਹਾਲ ਸਿੰਘ ਦਾ ਵਿਆਹ ਹੋ ਰਿਹਾ ਸੀ ਤੇ ਇਹ ਆਪਣੇ ਅਟਾਰੀ ਵਾਲੇ, ਕਿਉਂਕਿ ਮਹਾਰਾਜੇ ਦਾ ਧਿਆਨ ਉਧਰ ਸੀ, ਤੇ ਇਸ ਕਰਕੇ ਉਹ ਮਹਾਰਾਜੇ ਨੇ
ਹਰੀ ਸਿੰਘ ਨਲੂਏ ਨੂੰ ਜਾਣ ਬੁੱਝ ਕੇ ਇੱਥੇ ਲਾਇਆ ਹੋਇਆ ਸੀ ਖੈਬਰ ਆਪਣਾ ਕੀ ਨਾਂ ਉਹਦਾ ਦਰਾ ਖੈਬਰ ਦੇ ਆਲੇ ਪਾਸੇ ਕਿ ਕਾਬਲੀ ਜਿਹੜੇ ਹਾਕਮ ਨੇ ਇਹਨਾਂ ਨੇ ਇਹ ਦੇਖ ਕੇ ਕਿ ਮਹਾਰਾਜਾ ਰੁੱਝਿਆ ਹੋਇਆ ਆਪਣੇ ਪੋਤੇ ਦੀ ਸ਼ਾਦੀ ਦੇ ਵਿੱਚ, ਇਹਨਾਂ ਨੇ ਹਮਲਾ ਜ਼ਰੂਰ ਕਰਨਾ ਹੈ। ਸੋ ਹਮਲਾ ਕਰ ਵੀ ਦਿੱਤਾ ਸੀ ਉਹਨਾਂ ਨੇ। ਇਸੇ ਕਰਕੇ ਹਰੀ ਸਿੰਘ ਨਲੂਏ ਨੂੰ ਉੱਥੇ ਵਾਪਸ ਨਹੀਂ ਬੁਲਾਇਆ ਲਾਹੌਰ ਵਿਆਹ ਸ਼ਾਦੀ ਵੇਲੇ, ਤੇ ਉਹ ਫੱਟੜ ਹੋ ਗਿਆ। ਹਰੀ ਸਿੰਘ ਨਲੂਆ ਜਦੋਂ ਕਿਲੇ 'ਚ ਆਇਆ, ਮਤਲਬ ਉਹਦੇ ਸੇਵਕ ਲੈ ਕੇ ਆਏ, ਤਾਂ ਹਰੀ ਸਿੰਘ ਨਲੂਏ ਨੇ ਇਹੀ ਕਿਹਾ ਸੀ ਕਿ ਦੁਸ਼ਮਣ ਨੂੰ ਪਤਾ ਨਾ ਲੱਗੇ ਕਿ ਮੈਂ ਮਰ ਰਿਹਾ, ਤੁਸੀਂ ਇਉਂ ਪ੍ਰਭਾਵ ਪਾਓ ਕਿ ਮੈਂ ਅਜੇ ਜਿਉਂਦਾ, ਕਿਉਂਕਿ ਇਸ ਪ੍ਰਭਾਵ ਨੇ ਦੁਸ਼ਮਣ ਤੇ ਬਹੁਤ ਮਾੜਾ ਪ੍ਰਭਾਵ ਪਾਉਣਾ ਹੁੰਦਾ ਹੈ, ਦਹਿਸ਼ਤ ਪਾਉਣੀ ਹੁੰਦੀ ਹੈ ਕਿ ਸਾਡਾ ਜਰਨੈਲ ਜਿਉਂਦਾ ਹੈ ਜੀ, ਮੇਰੇ ਉੱਤੇ ਆ ਜਾਣਗੇ। ਕੁਦਰਤੀ ਗੱਲ ਹੈ, ਕੁਦਰਤੀ, ਇਹ ਤਾਂ ਕੁਦਰਤੀ ਗੱਲਾਂ ਨੇ ਨਾ। ਜਦ ਤੁਹਾਡੀ ਦੋ ਧਿਰਾਂ ਲੜ ਰਹੀ ਹੋ, ਤੁਸੀਂ ਇੱਕ ਧਿਰ ਦਾ ਜਰਨੈਲ ਮਾਰਿਆ ਗਿਆ ਤੇ ਉਹਦਾ ਜ਼ਰੂਰ ਹੀ ਉਹਦਾ ਮੋਰਲ ਡਾਊਨ ਹੋਏਗਾ। ਜਦੋਂ ਭਸੀਨ ਦੇ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਅਤੇ ਭੰਗੀ ਮਿਸਲ ਦੇ ਸਰਦਾਰ ਦੋਨੇ ਆਮੋ ਸਾਹਮਣੇ ਅੜੇ ਮਤਲਬ ਡਟੇ ਬੈਠੇ ਸੀ, ਪੂਰੀ ਤਿਆਰੀ ਸੀ, ਗੁਲਾਬ ਸਿੰਘ ਭੰਗੀ ਸ਼ਰਾਬ ਪੀ ਕੇ ਰਾਤ ਨਹੀਂ ਮਰ ਗਿਆ। ਠੀਕ ਹੈ ਨਾ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਦਬਾਉਣ ਦੀ ਗੱਲ ਵੀ ਪਤਾ ਨਾ ਲੱਗੇ ਰਣਜੀਤ ਸਿੰਘ ਨੂੰ, ਲੇਕਿਨ ਪਤਾ ਲੱਗ ਜਾਂਦਾ ਹੁੰਦਾ ਇਹ। ਰਣਜੀਤ ਸਿੰਘ ਨੇ ਕਿਹਾ ਕੋਈ ਗੱਲ ਨਹੀਂ, ਤੁਹਾਡਾ ਜਰਨੈਲ ਮਰ ਗਿਆ ਤੇ ਮੈਂ ਆਪਣੀ ਕੋਈ ਦੁਸ਼ਮਣੀ ਨਹੀਂ ਹੈਗੀ, ਜਿਹੜੀਆਂ ਫੌਜਾਂ ਗੁਲਾਬ ਸਿੰਘ ਭੰਗੀ ਦੀਆਂ ਨੇ ਇਹ ਸਾਰੀਆਂ ਤੁਸੀਂ ਆ ਜਾਓ ਮੇਰੇ ਕੋਲੇ, ਉਵੇਂ ਜਿਵੇਂ ਤੁਹਾਡੀਆਂ ਫੌਜਾਂ ਰਹਿਣਗੀਆਂ, ਉਵੇਂ ਜਿਵੇਂ ਤੁਹਾਡੇ ਮਾਨ ਸਨਮਾਨ ਤੁਹਾਡੇ ਉਹਦੇ ਉਵੇਂ ਜਿਵੇਂ ਰਹਿਣਗੇ, ਕੋਈ ਫਰਕ ਨਹੀਂ ਰੱਖਾਂਗੇ, ਕੋਈ ਫਰਕ ਨਹੀਂ ਰੱਖਾਂਗਾ। ਉਹ ਦੋਨੇ ਧਿਰਾਂ ਮਿਲ ਗਈਆਂ। ਪਰ ਜੇ 84 ਦਾ ਸਾਰਾ ਕੁਝ ਹੋ ਗਿਆ, ਉਸ ਤੋਂ ਬਾਅਦ ਮਰਿਆਦਾ ਰਹਿ ਗਈ, ਹੁਣ ਜਿਹੜੇ ਲੋਕ ਪਹਿਲਾਂ ਕਾਬਜ ਸੀ ਇੰਨਾ ਕੁਝ ਹੋ ਗਿਆ, ਨੁਕਸਾਨ ਵੀ ਨਹੀਂ ਹੋਇਆ ਉਹਨਾਂ ਦਾ, ਕਾਬਜ ਫਿਰ ਦੁਬਾਰਾ ਹੋ ਗਿਆ, ਨੁਕਸਾਨ ਵੀ ਨਹੀਂ ਹੋਇਆ। ਫਿਰ ਕੌਮ ਨੇ ਇਸ ਤੋਂ ਸਿੱਖਿਆ ਕੀ ਲਈ ਹੈ? ਕੌਮ ਨੇ ਕੀ ਸਿੱਖਿਆ ਲੈਣੀ ਸੀ? ਜਿਨ੍ਹਾਂ ਬੰਦਿਆਂ ਦੀ ਹਿਫਾਜ਼ਤ ਲਈ ਫੌਜ ਭੇਜੀ ਸੀ ਉਹ ਬੰਦੇ ਬਚਾ ਲਏ ਗਏ, ਉਹਨਾਂ ਬੰਦਿਆਂ ਨੂੰ ਫੌਜ ਫੇਰ ਉੱਥੇ ਲੈ ਆਈ ਦਰਬਾਰ ਸਾਹਿਬ ਦੇ ਵਿੱਚ। ਕੌਣ ਤੁਹਾਡਾ ਦੋਸਤ ਸੀ, ਕੌਣ ਤੁਹਾਡਾ ਦੁਸ਼ਮਣ ਸੀ, ਇਹ ਸਿੱਖਿਆ ਮਿਲਦੀ ਹੈ। ਸੋਚੋ, ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਵੀ ਉਹੀ ਲੀਡਰਸ਼ਿਪ ਸੀ ਦਰਬਾਰ ਸਾਹਿਬ ਦੇ ਵਿੱਚ, ਆਪਰੇਸ਼ਨ ਬਲੂ ਸਟਾਰ ਤੋਂ ਪਿੱਛੋਂ ਜਦੋਂ ਸੁੱਖ ਸ਼ਾਂਤੀ ਹੋਈ, ਸਾਫ਼ ਸਫਾਈ ਹੋਈ, ਉਹੀ ਲੀਡਰਸ਼ਿਪ ਫੇਰ ਲੈ ਆਏ। ਮਤਲਬ ਕੀ ਸਮਝੋ ਤੁਸੀਂ ਇਹਦਾ? ਬੰਦਾ ਸਿੰਘ ਬਹਾਦਰ ਦੀ ਜਦੋਂ ਸ਼ਹਾਦਤ ਹੋਈ ਸੀ, ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉਹ ਸਿੱਖਾਂ ਨੂੰ ਗੋਲੀ ਮਾਰਨ ਦੇ ਹੁਕਮ ਹੋ ਗਏ ਸੀ, ਲੇਕਿਨ ਦਰਬਾਰ ਸਾਹਿਬ ਦੇ ਵਿੱਚ ਉਹਦੇ ਦੁਸ਼ਮਣਾਂ ਨੂੰ ਕਬਜ਼ਾ ਕਰਵਾਤਾ, ਬਾਬਾ ਬਨੋਦ ਸਿੰਘ ਤੇ ਬਾਬਾ ਕਾਹਨ ਸਿੰਘ। ਮਤਲਬ ਕੀ ਹੁੰਦਾ ਹੈ? ਓਕੇ, ਮਤਲਬ ਕੀ ਹੁੰਦਾ ਹੈ? ਬਿਲਕੁਲ ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰ ਰਿਹਾ ਹੁੰਦਾ ਹੈ। ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਬਾਅਦ ਉਹਨੂੰ ਕਰਸ਼ ਕਰਨ ਦੇ ਬਾਅਦ ਉਹੀ ਲੀਡਰਸ਼ਿਪ ਲਿਆ ਕੇ ਬਿਠਾਈ ਦਰਬਾਰ ਸਾਹਿਬ ਦੇ ਵਿੱਚ ਮੁਗਲ ਹਕੂਮਤ ਨੇ, ਜਿਹੜੀ ਲੀਡਰਸ਼ਿਪ ਉਹਦਾ ਸਾਥ ਛੱਡ ਕੇ ਮੁਗਲਾਂ ਨਾਲ ਜਾ ਰਲੀ ਸੀ। ਉਹੀ ਲੀਡਰਸ਼ਿਪ ਸੰਤ ਜਰਨੈਲ ਸਿੰਘ ਦੀ ਜਿਹੜੀ ਦੁਸ਼ਮਣ ਸੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਜਿਹੜੀ ਹਮਲਾ ਕਰਨ ਵੇਲੇ ਜਿਹਨੂੰ ਫੌਜ ਅੰਦਰੋਂ ਬਚਾ ਕੇ ਲੈ ਆਈ ਸੀ ਜੀ, ਫਿਰ ਦਿਖਾਵੇ ਲਈ ਕੈਦ ਦੇ ਵਿੱਚ ਦਿਖਾਇਆ ਗਿਆ ਕਿ ਜੇਲ੍ਹ 'ਚ ਬੈਠੇ ਨੇ। ਜਦੋਂ ਸਾਫ਼ ਸਫਾਈ ਹੋ ਗਈ ਆਪਰੇਸ਼ਨ ਬਲੂ ਸਟਾਰ ਤੋਂ ਪਿੱਛੋਂ, ਉਸੇ ਲੀਡਰਸ਼ਿਪ ਨੂੰ ਲਿਆ ਕੇ ਦਰਬਾਰ ਸਾਹਿਬ ਦੇ ਵਿੱਚ ਫੇਰ ਬਿਠਾ ਦਿੱਤਾ ਗਿਆ। ਗੁਰਚਰਨ ਸਿੰਘ ਟੋੜਾ ਫੇਰ ਪ੍ਰਧਾਨ ਬਣ ਗਿਆ, ਹਰਚੰਦ ਸਿੰਘ ਲੌਂਗੋਵਾਲ ਫੇਰ ਪ੍ਰਧਾਨ ਬਣ ਗਿਆ। ਚਲੋ ਹਾਂ, ਜਿੱਥੇ ਰਾਜਸੀ ਕੋਈ ਰਾਜਨੀਤੀ ਹੈ, ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਾਇਦ ਉਹ ਲਾਈਕ ਨਾ ਕਰਦੇ ਹੋਣ, ਹਰਚੰਦ ਸਿੰਘ ਲੌਂਗੋਵਾਲ ਲਾਈਕ ਨਹੀਂ ਸੀ ਕਰਦਾ, ਇਹ ਮੈਨੂੰ ਪਤਾ ਹੈ। ਇਹ ਸਾਰੀਆਂ ਗੱਲਾਂ ਦਾ ਮੈਂ ਮੌਕੇ ਦਾ ਗਵਾਹ। ਸਾਡੇ ਕੋਲ ਪਤਾ ਲੱਗੇ ਵੀ ਹਰਚੰਦ ਸਿੰਘ ਲੌਂਗੋਵਾਲ ਤੁਹਾਨੂੰ ਵੀ ਲਾਈਕ ਨਹੀਂ ਸੀ ਕਰਦੇ ਹੁੰਦੇ? ਨਾ, ਮੈਨੂੰ ਵੀ ਲਾਈਕ ਕਰਦੇ ਸੀ, ਲੇਕਿਨ ਮੇਰੇ ਬੈਠੇ ਬੈਠੇ ਗੱਲਾਂ ਕਈ ਐਸੇ ਕਰ ਜਾਂਦੇ ਸੀ ਜਿਹੜੀਆਂ ਉਹਨਾਂ ਨੂੰ ਕਰਨੀਆਂ ਨਹੀਂ ਸੀ ਚਾਹੀਦੀਆਂ। ਉਹ ਕਹਿੰਦੇ ਸੀ ਬਾਦਲ ਨਹੀਂ ਚੰਗਾ ਲੀਡਰ ਹੈਗਾ, ਤੇ ਇਸ ਕਰਕੇ ਇਹ ਮਿਲੀ ਭੁਗਤ ਨਾਲ, ਸੈਂਟਰ ਦੀ ਮਿਲੀ ਭੁਗਤ ਨਾਲ ਸੁਰਜੀਤ ਸਿੰਘ ਬਰਨਾਲੇ ਨੂੰ ਲਿਆਂਦਾ ਗਿਆ। ਇੱਕ ਵਰਡ ਹੋਰ ਸੀ ਜੋ ਆਪਾਂ ਹੁਣ ਰਿਕਾਰਡ ਮੇਰੇ ਗੱਲ ਨਹੀਂ ਕਰ ਸਕਦੇ, ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ, ਉਹ ਬੜਾ ਹੋਰ ਤਰੀਕੇ ਦਾ ਸੀ। ਨਹੀਂ, ਉਹ ਬਾਲੇ ਨੈਗੇਟਿਵ ਕਰਕੇ ਕੀ ਲੈਣੇ ਨੇ, ਕਿਉਂਕਿ ਮੈਨੂੰ ਸਿੱਧੇ ਤੌਰ ਤੇ ਜਾਤੀ ਤੌਰ ਤੇ ਬਹੁਤ ਪਤਾ ਹੈ ਇਹਨਾਂ ਗੱਲਾਂ ਦਾ। ਠੀਕ ਹੈ ਨਾ, ਇਹ ਉਦੋਂ ਇੰਨੀ ਕੁ ਤਬਦੀਲੀ ਜ਼ਰੂਰ ਹੋਈ ਕਿ ਬਾਦਲ ਦੀ ਥਾਂ ਤੇ ਸੁਰਜੀਤ ਸਿੰਘ ਬਰਨਾਲੇ ਨੂੰ ਲਿਆਂਦਾ ਗਿਆ, ਲੇਕਿਨ ਸੁਰਜੀਤ ਸਿੰਘ ਬਰਨਾਲਾ ਬਿਲਕੁਲ ਖੱਸੀ ਆਦਮੀ ਸੀ ਜਿਹੜਾ ਸੰਭਾਲ ਨਹੀਂ ਸਕਿਆ ਪੰਜਾਬ ਨੂੰ। ਹਾਲਾਂਕਿ ਉਹ ਐਸਾ ਮੌਕਾ ਸੀ ਆਪਰੇਸ਼ਨ ਬਲੂ ਸਟਾਰ ਤੋਂ ਪਿੱਛੋਂ, ਜਦੋਂ ਪਹਿਲੀ ਵਾਰ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣੀ ਸੀ, ਉਹ ਐਸਾ ਮੌਕਾ ਸੀ ਜਦੋਂ ਤੁਸੀਂ ਆਪਣੀ ਪਰਫਾਰਮੈਂਸ ਦਿਖਾ ਸਕਦੇ ਸੀ। ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਇਹ ਤੇ ਹੋ ਗਿਆ, ਪਰ ਲੋਕਾਂ ਨੂੰ ਵੀ ਉਸ ਤੋਂ ਬਾਅਦ ਆਪਣੀ ਲੀਡਰਸ਼ਿਪ ਚੁਣਨ ਦਾ ਇੱਕ ਮੌਕਾ ਬੜਾ ਵਧੀਆ ਸੀ। ਇੱਕ ਮਿੰਟ, ਮੈਂ ਕਹਿੰਦਾ ਲੀਡਰਸ਼ਿਪ ਭਾਵੇਂ ਕਹੀ ਜੀ ਵੀ ਸੀ, ਇਹ ਮੰਨ ਲਓ ਕਿ ਸੰਤ ਜਰਨੈਲ ਸਿੰਘ ਦੀ ਵਿਰੋਧੀ ਲੀਡਰਸ਼ਿਪ ਸੀ ਜੀ, ਮੰਨ ਲਿਆ, ਓਕੇ, ਕੋਈ ਗੱਲ ਨਹੀਂ। ਇਹਦੇ ਕੋਲੇ ਐਸਾ ਮੌਕਾ ਆ ਗਿਆ ਸੀ, ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਹਦੇ ਤਹਿਤ ਹੀ ਬਣੇ ਸੀ ਇਹ ਸਾਰੀ ਸਰਕਾਰ।
ਇਸ ਕਰਕੇ ਇਹ ਸੰਤ ਹਰਚੰਦ ਸਿੰਘ ਲੌਂਗੋਵਾਲ ਕੋਲੇ, ਸੁਰਜੀਤ ਸਿੰਘ ਬਰਨਾਲੇ ਕੋਲੇ, ਗੁਰਚਰਨ ਸਿੰਘ ਟੌੜੇ ਕੋਲੇ ਐਸਾ ਮੌਕਾ ਆਇਆ ਸੀ ਜਦੋਂ ਇਹ ਆਪਣੀ ਪਰਫਾਰਮੈਂਸ ਦਿਖਾ ਸਕਦੇ ਸੀ। ਰਾਜੀਵ ਲੌਂਗੋਵਾਲ ਸਮਝੌਤੇ ਨੂੰ ਇਹ ਸਫਲ ਕਰਵਾ ਸਕਦੇ ਸੀ ਆਪਣੀ ਇੱਕ ਮਤਲਬ ਕਾਮਨ ਅੰਡਰਸਟੈਂਡਿੰਗ ਨਾਲ, ਆਪਣੀ ਲਿਆਕਤ ਨਾਲ। ਲੇਕਿਨ ਇਹਨਾਂ ਲੋਕਾਂ ਨੇ ਆਪਣੀ ਪਰਫਾਰਮੈਂਸ ਦਿਖਾਈ ਹੀ ਨਹੀਂ। 26 ਜਨਵਰੀ 1986 ਵਾਲਾ ਵੀ ਲੰਘ ਗਿਆ, ਨਹੀਂ ਚੰਡੀਗੜ੍ਹ ਮਿਲਿਆ, ਪੰਜਾਬ ਦਾ ਕੋਈ ਪਾਣੀ ਵੀ ਨਹੀਂ ਮਿਲਿਆ। ਇਹ ਨਹੀਂ ਦੱਸ ਸਕੇ ਕਿ ਅਸੀਂ 1 ਜੁਲਾਈ 1985 ਤੱਕ ਕਿੰਨਾ ਪਾਣੀ ਵਰਤ ਰਹੇ ਹਾਂ। ਅਜੇ ਤੱਕ ਵੀ ਨਹੀਂ ਦੱਸ ਸਕੇ, ਅਜੇ ਤੱਕ ਵੀ ਨਹੀਂ ਦੱਸ ਸਕੇ। ਇਹਨਾਂ ਕੋਲੇ ਬਹੁਤ ਵਧੀਆ ਮੌਕਾ ਆ ਗਿਆ ਸੀ, ਲੇਕਿਨ ਖੱਸੀ ਲੀਡਰਸ਼ਿਪ ਸੀ ਇਹ ਜੀ, ਕਰ ਨਹੀਂ ਸਕਦੀ, ਨਿਪੁੰਸਕ ਲੀਡਰਸ਼ਿਪ ਸੀ। ਤੁਸੀਂ ਸਾਰੇ ਇੱਕ ਤਾਂ ਆਪਾਂ ਥੋੜੇ ਸ਼ਬਦਾਂ 'ਚ ਆਪਾਂ 2-4 ਮਿੰਟ ਦੇ ਵਿੱਚ ਮੈਨੂੰ ਇਹਨਾਂ ਦੱਸ ਦਿਓ, ਵਿਸ਼ਲੇਸ਼ਣ ਤੁਸੀਂ ਸਾਰਾ ਕੀ ਕੱਢਦੇ ਹੋ 84 ਨੂੰ, ਜੋ ਸ਼ੁਰੂਆਤ ਤੋਂ ਲੈ ਕੇ ਜੋ ਹੋਇਆ ਅਖੀਰ ਤੱਕ, ਸਭ ਤੋਂ ਵੱਧ ਨੁਕਸਾਨ ਕਿਹਦਾ ਹੋਇਆ? ਦੇਖੋ, ਤੇ ਸਭ ਤੋਂ ਵੱਧ ਇਸ ਅਟੈਕ ਦਾ ਫਾਇਦਾ ਕੌਣ ਲੈ ਗਿਆ? ਦੇਖੋ, ਆਪਸੀ ਲੜਾਈ ਦੇ ਵਿੱਚ ਤੀਜੀ ਧਿਰ ਦਾ ਫਾਇਦਾ ਹੁੰਦਾ ਹੈ। ਤੀਜੀ ਧਿਰ ਫਾਇਦਾ ਲੈ ਗਈ ਸੈਂਟਰ ਗਵਰਨਮੈਂਟ, ਭਾਰਤ ਸਰਕਾਰ ਫਾਇਦਾ ਲੈ ਗਈ, ਸਿੱਖਾਂ ਦੀ ਆਕੜ ਵੀ ਭੰਨ ਗਈ, ਅਣਖ ਨੂੰ ਵੀ ਰੋਲ ਗਈ, ਸਿੱਖਾਂ ਦੀ ਲੀਡਰਸ਼ਿਪ ਨੂੰ ਵੀ ਰੋਲ ਗਈ। ਠੀਕ ਹੈ ਨਾ? ਹਾਂ, ਲੀਡਰਸ਼ਿਪ ਤੇ ਹੁੰਦਿਆ ਤੁਹਾਡੇ ਸਥਾਨ ਤੇ ਚਲੀ ਗਈ, ਲੀਡਰ ਥੱਲੇ ਕੀ ਰਹਿ ਗਿਆ? ਖਾੜਕੂਆਂ ਦੇ ਨਾਂ ਹੇਠ ਮਾਰ ਗਈ। ਜਿਹੜੀ ਦੂਜੀ ਲੀਡਰਸ਼ਿਪ ਸੀ, ਦੂਜੀ ਲੀਡਰਸ਼ਿਪ ਨੂੰ ਰਾਜਨੀਤੀ ਨਾਲ ਮਾਰ ਗਈ। ਕਿੱਥੇ ਹਰਚੰਦ ਸਿੰਘ ਲੌਂਗੋਵਾਲ ਹੈ, ਕਿੱਥੇ ਟੌੜਾ ਹੈ, ਕਿੱਥੇ ਸੁਰਜੀਤ ਸਿੰਘ ਬਰਨਾਲਾ ਹੈ। ਲੇਕਿਨ ਸਾਡੇ ਸਿਰ ਤੇ ਅੱਜ ਜਿਹੜੀ ਲੀਡਰਸ਼ਿਪ ਬੈਠੀ ਹੈ, ਇਹ ਆਪਰੇਸ਼ਨ ਬਲੂ ਸਟਾਰ ਦੇ ਵਿੱਚੋਂ ਬਚੀ ਖੁਚੀ ਲੀਡਰਸ਼ਿਪ ਹੀ ਸਾਡੇ ਸਾਹਮਣੇ ਆਈ ਹੈ, ਜਿਹਦੇ ਕੋਲੋਂ ਸਾਡਾ ਖਹਿੜਾ ਛੁੱਟ ਨਹੀਂ ਰਿਹਾ। ਇਸ ਲੀਡਰਸ਼ਿਪ ਨੂੰ ਤੋਂ ਖਹਿੜਾ ਛਡਾਉਣ ਲਈ ਮੱਖੂ ਸਾਹਿਬ, ਮੈਂ ਤੁਹਾਨੂੰ ਦੱਸਦਾ, ਇੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੋਰ ਲੋੜ ਪਏਗੀ। ਅਸੀਂ ਮਹੰਤਾਂ ਨੂੰ ਜਦੋਂ ਗੁਰਦੁਆਰਿਆਂ ਚੋਂ ਕੱਢਿਆ 1925 ਤੋਂ ਪਹਿਲਾਂ, ਉਦੋਂ ਅਸੀਂ ਉਹਨਾਂ ਨੂੰ ਸੰਵਿਧਾਨਕ ਤਾਕਤ ਰਾਹੀਂ ਕੱਢਿਆ। ਸਾਡੇ ਕੋਲ ਸੰਵਿਧਾਨਕ ਤਾਕਤ ਮਿਲ ਗਈ 1925 ਦੇ ਗੁਰਦੁਆਰਾ ਐਕਟ ਰਾਹੀਂ। ਇਹ ਹੁਣ ਜਿਹੜੇ ਗੁਰਦੁਆਰਾ ਐਕਟ ਦੀ ਸੰਵਿਧਾਨਕ 1925 ਦੇ ਵਿੱਚ ਬਾਅਦ ਚ ਬਣਿਆ, ਉਹ ਸਾਕਾ ਤੇ ਉਸ ਤੋਂ ਪਹਿਲਾਂ ਵਾਪਰ ਗਿਆ। ਹਾਂ, ਫਿਰ ਉਹ ਚਲੋ ਕੱਢੇਗਾ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ, ਮਤਲਬ ਸੁਧਾਰ ਲਹਿਰ ਨਾਲ ਕੱਢੇਗਾ, ਸ਼ਹਾਦਤਾਂ ਦੇਣੀਆਂ ਪਈਆਂ, ਲੇਕਿਨ ਸੰਵਿਧਾਨ ਦੇ ਰਾਹੀਂ, ਐਕਟ ਰਾਹੀਂ ਸਾਡੇ ਕੋਲ ਤਾਕਤ ਆ ਗਈ। ਕੋਈ ਹੋਰ ਬਣ ਨਹੀਂ ਸਕਿਆ, ਕੋਈ ਮਹੰਤ ਅਸੀਂ ਜਿਹੜੇ ਰਹਿੰਦੇ ਸੀ ਉਹ ਵੀ ਕੱਢਤੇ। ਜਿਹੜੇ ਹੁਣ ਸੰਵਿਧਾਨਕ ਤਾਕਤ ਰਾਹੀਂ ਗੁਰਦੁਆਰਿਆਂ ਤੇ ਕਾਬਜ ਹੋਏ ਬੈਠੇ ਨੇ, ਇਹਨਾਂ ਨੂੰ ਤੁਸੀਂ ਸੰਵਿਧਾਨਕ ਤਾਕਤ ਨਾਲ ਤਾਂ ਕੱਢ ਨਹੀਂ ਸਕਦੇ। ਕਿਉਂ? ਕਿਉਂਕਿ ਵੋਟਾਂ ਹਰ ਵਾਰ ਪੈਂਦੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ, ਬਦਨਾਮ ਵੀ ਹਰ ਵਾਰ ਪੂਰੇ ਦੇ ਪੂਰੇ ਹੋਏ ਹੁੰਦੇ ਨੇ, ਪੂਰੇ ਦੇ ਪੂਰੇ ਬਦਨਾਮ ਹੋਏ ਹੁੰਦੇ ਨੇ। ਜਿੱਤ ਫੇਰ ਜਾਂਦੇ ਆ ਔਰ ਫਿਰ ਕਹਿੰਦੇ ਆ ਅਸੀਂ ਜਿੱਤ ਕੇ ਆਏ ਹਾਂ। ਬਿਲਕੁਲ ਠੀਕ ਨੇ, ਚੁਣੇ ਹੋਏ ਆ ਜੀ, ਬਿਲਕੁਲ ਠੀਕ ਨੇ, ਪ੍ਰਾਊਡ ਦੀ। ਤੁਸੀਂ ਜਿੱਤ ਨਹੀਂ ਸਕਦੇ। ਕਾਰਨ ਕੀ ਹੈ? ਇੱਕ ਤਾਂ ਆਰਗੇਨਾਈਜ਼ਡ ਨਹੀਂ ਹਨ। ਜਿਹੜੇ ਤੇਜ਼ ਤਰਾਰ ਸਿੱਖ ਨੇ ਉਹ ਆਰਗੇਨਾਈਜ਼ਡ ਨਹੀਂ ਹਨ, ਯੂਨਾਈਟਿਡ ਨਹੀਂ ਹਨ। ਉਹ ਵੀ ਇਤਨੇ ਸਿਆਣੇ ਨਹੀਂ ਹਨ ਕਿ ਇੱਕ ਸਾਂਝੇ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝੇ ਫਰੰਟ ਦੀ ਲੜਾਈ ਦੇ ਸਕਣ। ਇਹ ਫਿਰ ਜਿੱਤ ਜਾਂਦੇ ਨੇ। ਇਹ ਹੁਣ ਕਿੰਨੇ ਬੰਦੇ ਆ ਚੁੱਕੇ ਅਕਾਲੀਆਂ ਦੇ ਖਿਲਾਫ ਚੋਣ ਲੜਨ ਵਾਲੇ, ਲੇਕਿਨ ਉਹੀ 7-8 ਜਾਂ 10-15 ਉਹੀ, ਉਹ ਜਿਨ੍ਹਾਂ ਦੀ ਕੋਈ ਵਕਤ ਨਹੀਂ ਹੈਗੀ ਉੱਥੇ। ਇਹਨਾਂ ਨੂੰ ਕੱਢਣ ਲਈ ਜਿਹੜੇ ਸੰਵਿਧਾਨਕ ਤਾਕਤ ਦੇ ਸਿਰ ਤੇ ਗੁਰਦੁਆਰਿਆਂ 'ਚ ਕਾਬਜ ਹੋਏ ਬੈਠੇ ਨੇ, ਇਹਨਾਂ ਨੂੰ ਫੇਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਨੇਤਾ ਦੀ ਲੋੜ ਹੈ, ਜਿਨ੍ਹਾਂ ਨੂੰ ਤਾਕਤ ਨਾਲ ਹੀ ਕੱਢਣਾ ਪਊਗਾ, ਅਦਰਵਾਈਜ਼ ਨਿਕਲਣਗੇ ਨਹੀਂ। ਕਿਹੜੀ ਤਾਕਤ? ਸੰਵਿਧਾਨਕ ਤਾਕਤ ਤੁਸੀਂ ਕਿਹਾ ਉਹ ਹੋ ਨਹੀਂ, ਤੁਸੀਂ ਕੌਮ ਦੀ ਤਾਕਤ ਹੀ ਵਰਤਣੀ ਪਊਗੀ ਤੁਹਾਨੂੰ ਇਹਨਾਂ ਨੂੰ ਕੱਢਣ ਲਈ। ਇੱਕ ਵਾਰ ਤਾਂ ਰੈਵੋਲੂਸ਼ਨ ਲਿਆਉਣਾ ਪਊਗਾ, ਇਨਕਲਾਬ ਤਾਂ ਲਿਆਉਣਾ ਹੀ ਪਊਗਾ। ਇਨਕਲਾਬ 'ਚ ਨਫਾ ਨੁਕਸਾਨ ਤਾਂ ਫੋਰ ਐਗਜ਼ਾਮਪਲ ਕੁੱਟ ਕੇ ਕੱਢਣੇ ਪੈਣਗੇ, ਕੁੱਟ ਕੇ ਹੀ ਕੱਢਣੇ ਪੈਣਗੇ। ਲੋਕਤੰਤਰ ਦੇ ਵਿੱਚ ਕੁੱਟ ਕੇ ਦੇਖੋ, ਹਾਂ, ਅਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਪ੍ਰੋਫੈਸਰ ਸਾਹਿਬ? ਮੇਰਾ ਇੱਕ ਨਿੱਜੀ ਵਿਚਾਰ ਹੈ। ਦੇਖੋ, ਆਪਾਂ ਦੋ ਬੈਠੇ ਆ, ਮੈਂ ਦਰਸ਼ਕ ਸਾਡੇ ਲੱਖਾਂ ਸੁਣਦੇ ਪਏ ਨੇ। ਮੇਰਾ ਮੰਨਣਾ ਅਸਲ ਦੇ ਵਿੱਚ ਇਹ ਹੈ, ਮੈਂ ਖੁਦ ਆਪਣੇ ਇਲਾਕੇ ਵਿੱਚ ਜਾ ਕੇ ਕਈ ਵਾਰੀ ਕਹਿਣਾ ਹੁੰਦਾ ਵੀ ਬਈ ਮੈਂ ਸਿੱਖੀ ਹਾਂ, ਵੀ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੋਂ SCPC ਦਾ ਇਲੈਕਸ਼ਨ ਹੋ ਜਾਂਦਾ ਹੈ ਤੇ ਪਤਾ ਅਗਲੇ ਦਿਨ ਅਖਬਾਰ 'ਚ ਲੱਗਦਾ ਹੈ। ਤੁਹਾਨੂੰ ਐਸਾ ਨਹੀਂ ਲੱਗਦਾ ਵੀ ਸਾਨੂੰ ਪਿੰਡ ਵਿੱਚ ਨਿਕਲ ਕੇ ਛਾਂਟੀ ਮਾਰਨੀ ਪੈਣੀ ਹੈ? ਕਿੰਨਾ ਦੀ ਵੋਟ ਬਣੀ ਹੈ, ਕਿਹੜੀਆਂ ਨਵੀਆਂ ਬਣਨ ਵਾਲੀਆਂ ਨੇ, ਸਾਨੂੰ ਆਪ ਅਵੇਅਰ ਕਰਨਾ, ਸਾਨੂੰ ਆਪ ਜਾ ਕੇ SGPC ਲੈ ਲੈਣਾ। ਇੱਕ ਨਾ ਬਚਪਨ ਦੇ ਵਿੱਚ ਤੁਸੀਂ ਚੀਜ਼ ਦੇਖੀ, ਸ਼ਾਇਦ ਮੈਂ ਤੁਹਾਡੇ ਕੋਲ ਹੀ ਸੁਣੀ ਹੈ, ਕਿਉਂਕਿ ਤੁਹਾਡੇ ਨਾਲ ਮੇਰੀਆਂ ਬੜੀਆਂ ਲੰਬੀਆਂ ਇੰਟਰਵਿਊ ਹੋਈਆਂ ਨੇ। ਸ਼ਾਇਦ ਤੁਸੀਂ ਜ਼ਿਕਰ ਕਰ ਰਹੇ ਸੋ ਜਾਂ ਕੋਈ ਹੋਰ ਕਰ ਰਿਹਾ ਸੀ, ਕਹਿੰਦੇ ਵੀ ਆਪਾਂ ਨਾ
ਇੱਕ ਉਦੋਂ ਫਿਲਮਾਂ ਆਉਂਦੀਆਂ ਹੁੰਦੀਆਂ ਸੀ ਵੀ ਉਹ ਬੰਦੇ ਦੀ ਜਾਨ ਉਹ ਤੋਤੇ ਵਿੱਚ ਹੈ, ਆਹੋ, ਆਹੋ। ਉਹਨਾਂ ਨੇ ਤੋਤਾ ਫੜ ਲਿਆ, ਉਹ ਮਰੋੜ ਦਿੱਤਾ ਤੇ ਉਹ ਬੰਦਾ ਥਾਂ ਦੇ ਉੱਪਰ। ਇਸ ਚੀਜ਼ ਨੂੰ ਸਾਰੇ ਮੰਨਦੇ ਨੇ ਕਿ ਅਕਾਲੀ ਦਲ ਦੀ ਜਾਨ ਐਸਜੀਪੀਸੀ ਦੇ ਵਿੱਚ ਹੈ। ਹਾਂ, ਐਸਜੀਪੀਸੀ ਨੂੰ ਜਿਸ ਦਿਨ ਪ੍ਰਾਪਤ ਕਰ ਲਿਆ, ਅੱਧਾ ਉਸੇ ਦਿਨ ਹੀ ਕੰਮ ਖਤਮ ਹੋ ਗਿਆ ਉਹ ਸੰਵਿਧਾਨ ਰਾਹੀਂ ਤਾਂ ਹੋ ਨਹੀਂ ਸਕਦੀ ਜੀ। ਅਜੇ ਕੋਈ ਇਸ ਤੋਂ ਵੱਧ ਬਦਨਾਮੀ ਤਾਂ ਹੋਏਗੀ ਨਹੀਂ ਅਕਾਲੀ ਦਲ ਦੀ। ਦਾ ਦੋਸਤ, ਹਾਂ, ਇਸ ਤੋਂ ਉੱਤੇ ਕੀ ਇਸ ਤੋਂ ਵੱਧ ਬਦਨਾਮੀ ਕੀ ਹੋਊਗੀ? ਪਾਰਲੀਮੈਂਟ ਦੀਆਂ ਚੋਣਾਂ ਉਹ ਪੂਰੀ ਬੜਕ ਨਾਲ ਜਿੱਤ ਕੇ ਚਲੇ ਗਏ ਨੇ, ਦੋ ਸੀਟਾਂ। ਉਹਨਾਂ ਨੂੰ 2 ਸੀਟਾਂ ਹੀ ਵਾਧੂ ਨੇ, ਹਾਂ, ਬਾਕੀ ਸੀਟਾਂ ਦੀ ਤਾਂ ਬੇਕਾਰ ਨੇ। ਉਹ ਓਕੇ। ਬਠਿੰਡਾ ਤੇ ਫਾਜ਼ਿਲਕਾ ਦੀ ਜਿਹੜੀ ਸੀਟ, ਕਿਹੜੀ ਸੀਟ ਸੀ? ਬਠਿੰਡਾ ਤੇ ਦੂਜੀ ਸੀਟ ਬਠਿੰਡੇ ਦੀ ਤੇ ਜਲਾਲਾਬਾਦ ਵਾਲੀ, ਫਿਰੋਜ਼ਪੁਰ ਜਲਾਲਾਬਾਦ, ਜੋ ਵੀ 2 ਸੀਟਾਂ ਸੀ ਆਏ ਜੀ। ਮਤਲਬ ਪੂਰੇ ਰੋਬ ਨਾਲ ਜਿੱਤ ਕੇ ਗਏ ਨੇ। ਹਾਲਾਂਕਿ ਇੰਨੇ ਬਦਨਾਮ ਸਨ ਇਹ ਹਾਊਸ, ਜਿਹੜਾ ਬਾਦਲ ਪਰਿਵਾਰ ਹੈ, ਇਹਨਾਂ ਬਦਨਾਮ ਸੀ। ਤੇ ਦੂਜੀ ਗੱਲ, ਇਹ ਕੱਲ ਨੂੰ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ, ਤੁਹਾਡੇ ਕੋਲੇ ਆ ਕਿ ਪੂਰੇ ਬੜਕਾ ਮਾਰਦੇ ਆ ਰਹੇ ਨੇ, ਜਿੱਤ ਕੇ ਆਉਣਗੇ ਇਹ। ਤੁਸੀਂ ਦੱਸੋ ਮੈਨੂੰ ਕਿ ਜਦੋਂ ਇਹ ਹਾਰੇ ਸੀ, ਕਿੰਨੀ ਬੁਰੀ ਤਰ੍ਹਾਂ ਹਾਰੇ ਸੀ, ਤੇ ਸਿੱਖ ਕੌਮ ਦੀ ਕੀ ਹਾਲਤ ਹੋ ਗਈ ਸੀ? ਸਿੱਖ ਕੌਮ ਦੀ ਕੀ ਹਾਲਤ ਹੋ ਗਈ ਸੀ? ਇਹੀ ਅਕਾਲੀ ਹਾਈ ਕਮਾਂਡ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜਪ ਰਹੀ ਸੀ, ਉੱਥੇ ਸਿਮਰਨ ਕਰ ਰਹੀ ਸੀ ਬੈਠੀ। ਇਸ ਤੋਂ ਵੱਧ ਸ਼ਰਮ ਵਾਲੀ ਗੱਲ ਕਿਹੜੀ ਹੈ? ਤੁਸੀਂ ਦੱਸੋ ਤੁਸੀਂ ਮੈਨੂੰ। ਉਹ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਸਿੱਖ ਹੋਵੋ, ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਫਰਾਡ ਕਰੋ, ਸਿਰਸੇ ਵਾਲੇ ਦੇ ਡੇਰੇ ਜਾ ਕੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਮ ਸਿਮਰਨ ਕਰੀ ਜਾਓ, ਸਾਰੇ ਬੈਠੇ ਨੇ ਉੱਥੇ, ਵੀਡੀਓ ਬਣੀ ਹੋਈ ਹੈ ਜੀ। ਇਸ ਤੋਂ ਵੱਧ ਸ਼ਰਮਨਾਕ ਗੱਲ ਕਿਹੜੀ ਹੋਊਗੀ? ਲੇਕਿਨ ਫਿਰ ਵੀ ਉਹ ਜਿੱਤ ਰਹੇ ਨੇ, ਚੋਣਾਂ ਫਿਰ ਜਿੱਤਣਗੇ ਵਿਧਾਨ ਸਭਾ ਦੀਆਂ। ਕੈਪਟਨ ਅਮਰਿੰਦਰ ਦੇ ਵਿੱਚ ਕਸੂਰ ਕਿਹਦਾ ਆ? ਜੇ ਹੁਣ ਮੰਨ ਲਓ ਮੈਂ ਫਰਾਡ ਬੰਦਾ ਵਾਂ, ਮੈਂ ਫਿਰ ਜਿੱਤ ਜਾਣਾ ਵਾਂ, ਹਾਂ, ਤੇ ਕਸੂਰ ਮੇਰਾ ਥੋੜਾ ਆ। ਨਹੀਂ, ਕਸੂਰ ਤਾਂ ਸਾਡਾ ਹੀ ਹੈ ਨਾ ਫਿਰ। ਕਸੂਰ ਤਾਂ ਸਾਡਾ ਹੀ ਹੋਇਆ। ਅਸੀਂ ਯੂਨਾਈਟਿਡ ਨਹੀਂ ਹੋ ਰਹੇ, ਅਸੀਂ ਯੂਨਾਈਟਿਡ ਹੋ ਨਹੀਂ ਰਹੇ, ਅਸੀਂ ਆਰਗੇਨਾਈਜ਼ਡ ਹੋ ਕੇ ਚੋਣਾਂ ਲੜ ਨਹੀਂ ਰਹੇ। ਉਹ ਜਿੱਤ ਜਾਂਦੇ ਨੇ, ਉਹਨਾਂ ਕੋਲ ਪੈਸਾ ਹੈ। ਚਲੋ ਪੈਸਾ ਬੜਾ ਕਾਊਂਟ ਨਹੀਂ ਕਰਦਾ, ਕਿਉਂਕਿ ਇਮਾਨਦਾਰ ਜਿਹੜਾ ਬੰਦਾ ਹੈ ਨਾ, ਜਿਹਦਾ ਕਿਰਦਾਰ ਸਿੱਖੀ ਕਿਰਦਾਰ ਹੈ, ਉਹ ਆਪਣੇ ਕਿਰਦਾਰ ਦੇ ਸਿਰ ਤੇ ਹੀ ਜਿੱਤ ਜਾਂਦਾ ਹੁੰਦਾ ਹੈ, ਠੀਕ ਹੈ ਨਾ। ਲੇਕਿਨ ਗੁਰੂ ਦੀ ਗੋਲਕ ਦੇ ਵਿੱਚ ਇੰਨਾ ਧਨ ਹੈ ਕਿ ਗੁਰੂ ਦੀ ਗੋਲਕ ਨੂੰ ਉਹ ਲੁੱਟ ਕੇ ਥੱਕ ਗਏ ਨੇ ਕਿ ਗੁਰੂ ਦੀ ਗੋਲਕ ਮੁੱਕਣ ਚ ਨਹੀਂ ਆ ਰਹੀ। ਇੰਨਾ ਧਨ ਹੈ ਇਹਦੇ ਵਿੱਚ। ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਉਹ ਕਰ ਚੁੱਕੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਨਾਂ ਦੇ ਰਾਜ 'ਚ ਹੋ ਚੁੱਕੀ ਹੈ, ਪੂਰੀ ਬੇਅਦਬੀ ਹੋ ਚੁੱਕੀ ਹੈ, ਥੋੜੀ ਬੇਅਦਬੀ ਨਹੀਂ। ਸਰੇਆਮ ਲਲਕਾਰੇ ਮਾਰ ਕੇ ਉਹਨਾਂ ਨੇ ਬੇਅਦਬੀ ਕੀਤੀ ਹੈ। ਥੋੜੇ ਗੁਰੂ ਨੂੰ ਚੱਕ ਕੇ ਲੈ ਗਏ ਹੋਏ ਅਸੀਂ, ਥੋੜੇ ਗੁਰੂ ਦੇ ਲੱਗੇ ਸੀ, ਹਾਂਜੀ, ਚਿੱਠੀਆਂ ਲੱਗੀਆਂ ਸੀ, ਚਿੱਠੀਆਂ ਲੱਗ ਗਈਆਂ ਸੀ, ਇਸ਼ਤਿਹਾਰ ਲੱਗ ਗਏ ਸੀ। ਜੇ ਗਵਰਨਮੈਂਟ ਫੇਰ ਵੀ ਹੱਥਲ ਹੋਈ ਬੈਠੀ ਹੈ, ਇਸ ਤੋਂ ਵੱਧ ਸ਼ਰਮਨਾਕ ਗੱਲ ਅਕਾਲੀ ਗਵਰਨਮੈਂਟ ਲਈ ਕਿਹੜੀ ਹੈ? ਕਿਉਂਕਿ ਜਿਹੜੇ ਪੰਥ ਦੇ ਨਾਮ ਤੇ ਵੋਟ ਲੈਂਦੇ, ਪੰਥ ਦੇ ਨਾਮ ਤੇ ਵੋਟ ਲਈ ਹੋਈ ਹੈ। ਸੋ ਇਹਨਾਂ ਕੋਲੋਂ ਛੁਟਕਾਰਾ ਕਿਵੇਂ ਮਿਲੇਗਾ ਭਾਈ? ਇਹ ਸੋਚਣ ਵਾਲੀ ਗੱਲ ਹੈ। ਸੰਤ ਜਰਨੈਲ ਸਿੰਘ, ਅਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੀਏ ਕਿ ਇੱਕ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਾ ਹੋਰ ਭੇਜ, ਤਾਂ ਕਿ ਕੌਮ ਦੇ ਵਿੱਚ ਇਨਕਲਾਬ ਆਵੇ। ਇਨਕਲਾਬ ਆਏਗਾ, ਮਾੜਾ ਬੰਦਾ ਪਿੱਛੇ ਹਟ ਜਾਏਗਾ ਜਾਂ ਅਸੀਂ ਹਟਾ ਦੇਵਾਂਗੇ। ਚੰਗੀ ਇਨਕਲਾਬ ਦੇ ਵਿੱਚ ਚੰਗੀ ਲੀਡਰਸ਼ਿਪ ਹੀ ਆਉਂਦੀ ਹੁੰਦੀ ਹੈ। ਬੰਦਾ ਸਿੰਘ ਬਹਾਦਰ ਵੀ ਇਨਕਲਾਬ ਰਾਹੀਂ ਆਇਆ ਸੀ। ਸਭ ਉਡਾਤੇ ਸੀ, ਜਿਹੜੇ ਸੋਢੀ ਬੇਦੀ ਸੀ ਸਭ ਭੱਜ ਗਏ ਸੀ। ਅੰਮ੍ਰਿਤਸਰ ਦੇ ਜੋ ਸੋਢੀ ਰਹਿਣਾ ਪਿਰਥੀਏ ਦੇ ਸਭ ਭੱਜ ਗਏ ਸੀ, ਸਭ ਡਾਇਰੈਕਟ ਐਕਸ਼ਨ ਸ਼ੁਰੂ ਕਰ ਦਿੱਤਾ ਸੀ। ਇਵੇਂ ਜਿਵੇਂ ਹਾਂਜੀ ਖਨੇਰ ਦੀ ਤਰ੍ਹਾਂ ਆਇਆ, ਹਾਂ, ਹਨੇਰੀ ਦੀ ਤਰ੍ਹਾਂ ਆਇਆ ਸੀ। ਤੇ ਜੋ ਹਾਲ ਉਹਨੇ ਕੀਤਾ ਸਰਕਾਰਾਂ ਦਾ ਵੀ, ਤੇ ਜਿਹੜੇ ਪੰਥ ਦੋਖੀ ਸਨ, ਇਹ ਸਾਰੇ ਇਹਨਾਂ ਨੂੰ ਭਾਜਣਾ ਪੈ ਗਈਆਂ ਸਨ। ਸੰਤ ਜਰਨੈਲ ਸਿੰਘ ਵੀ ਆਇਆ ਸੀ, ਭਾਜਣਾ ਉਦੋਂ ਵੀ ਪੈ ਗਈਆਂ ਸਨ। ਸੰਤ ਜਰਨੈਲ ਸਿੰਘ ਵੇਲੇ ਵੀ ਭਾਜਣਾ ਪੈ ਗਈਆਂ ਸੀ। ਮੈਂ ਕਹਿਣਾ ਕਿ ਸੰਤ ਜਰਨੈਲ ਸਿੰਘ ਇੱਕ ਹੋਰ ਆਏਗਾ, ਅਰਦਾਸ ਕਰੋ ਕਿ ਆਵੇ ਜੀ, ਤਾਂ ਕਿ ਪੰਥ ਨੂੰ ਸਹੀ ਰਸਤੇ ਤੇ ਤੋਰੇ ਤੇ ਪੰਥਕ ਜਿਹੜੇ ਨਿਸ਼ਾਨ ਨੇ ਉਹ ਝੂਲਦੇ ਰਹਿਣ। ਸਿੱਖ ਕੌਮ ਮਾਨ ਸਨਮਾਨ ਦੀ ਜ਼ਿੰਦਗੀ ਫਿਰ ਬਤੀਤ ਕਰਨੀ ਸ਼ੁਰੂ ਕਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਅੱਜ ਬੜੀਆਂ ਲੰਬੀਆਂ ਆਪਾਂ ਇੰਟਰਵਿਊ ਕੀਤੀਆਂ ਨੇ, ਕਿਉਂਕਿ ਵਿਸ਼ਾ ਵੀ ਕੁਝ ਐਸਾ ਸੀ। ਸੋ ਦਰਸ਼ਕੋ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਸਨ ਸ਼ਖਸੀਅਤ ਮਹਾਨ ਪ੍ਰੋਫੈਸਰ ਸੁਖਦਿਆਲ ਸਿੰਘ ਜੀ, ਜਿਨ੍ਹਾਂ ਨੂੰ ਅਸੀਂ ਜਦੋਂ ਵੀ ਛੋਟੀ ਜਿਹੀ ਬੇਨਤੀ ਕਰਦੇ ਹਾਂ, ਬੜੇ ਪਿਆਰ ਦੇ ਨਾਲ ਸਾਡੇ ਅਕਾਲ ਚੈਨਲ ਦੇ ਸਟੂਡੀਓ ਦੇ ਵਿੱਚ ਆਉਂਦੇ ਨੇ ਤੇ ਬੜੀਆਂ ਗਹਿਰਾਈਆਂ ਦੇ ਵਿੱਚੋਂ ਬੜਾ ਕੁਝ ਸਾਨੂੰ ਵੰਡ ਕੇ ਜਾਂਦੇ ਨੇ। ਸਮੁੱਚੀ ਅਕਾਲ ਚੈਨਲ ਦੀ ਟੀਮ ਵੱਲੋਂ ਮੈਂ ਦੁਬਾਰਾ ਫਿਰ ਪ੍ਰੋਫੈਸਰ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਤੁਹਾਡਾ ਵੀ ਧੰਨਵਾਦ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।